ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਪਿਆਰੇ ਦਰਸ਼ਕੋ, ਰੁਦਰਪੁਰ ਦੇ ਵਿੱਚ ਕੱਲ ਦਾ ਦਿਨ ਜਿਹੜਾ ਹੈ ਉਹ ਇੱਕ ਇਤਿਹਾਸ ਬਣ ਚੁੱਕਿਆ ਹੈ। ਕਾਲਾ ਦਿਨ ਦੇ ਨਾਂ ਤੋਂ ਲੋਕ ਉਹਨੂੰ ਸੰਗਿਆ ਦੇ ਰਹੇ ਨੇ ਕਿ ਕੱਲ ਦਾ ਦਿਨ ਜਿਹੜਾ ਹੈ ਉਹ ਕਾਲਾ ਦਿਨ ਮੰਨਿਆ ਜਾਏਗਾ। ਪਿਛਲੇ ਕਈ ਸਾਲਾਂ ਤੋਂ ਤਿੰਨ ਪੀੜ੍ਹੀਆਂ ਤੋਂ ਜਿਹੜੇ ਵਪਾਰੀ ਆਪਣਾ ਵਪਾਰ ਕਰ ਰਹੇ ਸੀ, ਛੋਟੇ ਵੱਡੇ, ਕਈਆਂ ਨੂੰ ਉਜਾੜ ਦਿੱਤਾ ਗਿਆ ਹੈ। NHI ਵਾਲੀ ਜਿਹੜੀ ਕਾਰਵਾਈ ਕੀਤੀ ਗਈ ਹੈ। ਆ ਤੁਸੀਂ ਦੇਖ ਰਹੇ ਹੋ ਤਸਵੀਰਾਂ, ਤੁਹਾਨੂੰ ਦਿਖਾ ਦਈਏ ਬੱਸ ਅੱਡੇ ਦੇ ਸਾਹਮਣੇ ਦੀ ਇਹ ਮਾਰਕੀਟ ਹੈ ਜਿਹੜੀ ਕਿ ਹੁਣ ਖਤਮ ਹੋ ਚੁੱਕੀ ਹੈ, ਜਿੱਥੇ ਬਹੁਤ ਜ਼ਿਆਦਾ ਰੌਣਕ ਰਹਿੰਦੀ ਸੀ। ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਬਿਲਕੁਲ ਹੀ ਰੁਦਰਪੁਰ ਦੀ ਤਸਵੀਰ ਜਿਹੜੀ ਹੈ ਉਹ ਬਦਲ ਚੁੱਕੀ ਹੈ। ਹੁਣ ਅੱਜ ਤੋਂ ਬਾਅਦ ਜਿਹੜੇ ਸੰਜੇ ਜੁਨੇਜਾ ਨੇ, ਜਿਹੜੇ ਇਸ ਅੰਦੋਲਨ ਨੂੰ ਲੀਡ ਕਰ ਰਹੇ ਸੀ ਕਿ ਦੁਕਾਨਾਂ ਕਿਸੇ ਵੀ ਕੀਮਤ ਤੇ ਟੁੱਟੀਆਂ ਨਹੀਂ ਜਾਣਗੀਆਂ, ਪੂਰਾ ਜ਼ੋਰ ਲਗਾਉਣਗੇ, ਵਪਾਰੀਆਂ ਦੇ ਨਾਲ ਖਲੋਤੇ ਨੇ। ਆਖਰ ਕਿੱਥੇ ਕਮੀ ਰਹਿ ਗਈ ਤੇ ਅਗਲੀ ਰਣਨੀਤੀ ਕੀ ਹੈ, ਇਹਨਾਂ ਵਪਾਰੀਆਂ ਨੂੰ ਹੱਕ ਦਿਵਾਉਣ ਦੇ ਲਈ ਕਿਸ ਤਰ੍ਹਾਂ ਦੀ ਰਣਨੀਤੀ ਹੈ, ਸਾਰੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸੰਜੇ ਜੁਨੇਜਾ ਜੀ ਦੇ ਨਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਆਖਰੀ ਸਾਹ ਤੱਕ ਇਹਨਾਂ ਵਪਾਰੀਆਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਉਹ ਜੂਝਦੇ ਰਹਿਣਗੇ, ਪੂਰੀ ਹਿੰਮਤ ਦਿਖਾਉਣਗੇ, ਪੂਰਾ ਆਪਣਾ ਦਮਖਮ ਦਿਖਾਉਣਗੇ। ਕੁਝ ਵਪਾਰੀਆਂ ਦੇ ਨਾਲ ਗੱਲਬਾਤ ਕਰਦੇ ਆ। ਬਹੁਤ ਔਖਾ ਹੈ ਦੁਕਾਨਾਂ ਇਹਨਾਂ ਵਪਾਰੀਆਂ ਦੇ ਦੁੱਖ ਵਿੱਚ ਸ਼ਾਮਲ ਹੋਣਾ, ਕਿਉਂਕਿ ਕੇਵਲ ਜਦੋਂ ਆਪਾਂ ਮਹਿਸੂਸ ਕਰਦੇ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਨਾਲ ਇਹ ਪੀੜਾ ਹੈ, ਲੇਕਿਨ ਜਿਨ੍ਹਾਂ ਦੇ ਉੱਤੇ ਗੁਜ਼ਰੀਏ ਉਹੀ ਜਾਣ ਸਕਦੇ ਨੇ ਇਹਨਾਂ ਦੇ ਹਾਲਾਤ ਕੀ ਨੇ। ਬਿਲਕੁਲ ਕਈਆਂ ਦੀ ਰੋਜੀ ਰੋਟੀ ਦਾ ਜਰੀਆ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਸਾਹਮਣੇ ਚਿੰਤਾ ਹੈ, ਬਾਲ ਬੱਚਿਆਂ ਦੀ ਪਰਵਰਿਸ਼ ਕਿੱਦਾਂ ਹੋਏਗੀ, ਕਿੱਦਾਂ ਜਾਣਗੀਆਂ, ਸਕੂਲ ਦੀ ਫੀਸਾਂ ਕਿਵੇਂ ਜਾਣਗੀਆਂ, ਕਈ ਤਰ੍ਹਾਂ ਦੀ ਚੀਜ਼ਾਂ ਨੇ। ਕੁਝ ਵਪਾਰੀਆਂ ਦੇ ਨਾਲ ਗੱਲ ਕਰਦੇ ਆ, ਫਿਰ ਸੰਜੇ ਜੁਨੇਜਾ ਜੀ ਕੋਲ ਆਉਣਗੇ, ਆਪਾਂ ਗੱਲਬਾਤ ਸਾਰੀ ਕਰਾਂਗੇ ਕਿ ਆਖਰ ਹੁਣ ਕਿਸ ਤਰ੍ਹਾਂ ਉਹ ਇਹਨਾਂ ਦੀ ਸਪੋਰਟ ਕਰਨਗੇ, ਕਿਸ ਤਰ੍ਹਾਂ ਇਹਨਾਂ ਨੂੰ ਹਿੰਮਤ ਦਿਖਾਉਣਗੇ। ਕੁਝ ਵਪਾਰੀ ਜੁੜੇ ਹੋਏ ਨੇ। ਖੁਸ਼ੀ ਟੈਲੀਕਾਮ ਦੀ ਜਿਹੜੀ ਸ਼ਾਪ ਸੀ DD ਚੌਕ ਦੇ ਕੋਲ, ਪੂਰੀ ਖਤਮ ਕਰ ਦਿੱਤੀ ਗਈ ਹੈ। ਰਾਜੂ ਭਾਜੀ ਨੇ, ਹੋਰ ਹੈ ਤੁਹਾਡੇ ਭਾਜੀ ਕਿਸ ਨਾਮ ਸੀ? ਜੋਸ਼ੀ ਫੋਟੋ ਸਟੇਟ ਬੱਸ ਅੱਡੇ ਦੇ ਸਾਹਮਣੇ ਦੇ ਜਿਹੜੇ ਵਪਾਰੀ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਜੀ ਬਹੁਤ ਦੁਖੀ ਹੈ, ਸਾਨੂੰ ਦੁੱਖ ਹੈ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਦੁੱਖ ਜਿਹੜਾ ਹੈ, ਤੁਹਾਡਾ ਦਰਦ ਜਿਹੜਾ ਹੈ ਉਹ ਦਿਖਾਈਏ ਆਮ ਪਬਲਿਕ ਨੂੰ, ਤੇ ਕਿੰਨੀ ਕੁ ਤੁਸੀਂ ਦੁਖੀ ਹੋ। ਹੁਣ ਜਿਵੇਂ ਸਭ ਕੁਝ ਖਤਮ ਹੋ ਗਿਆ ਕਿ ਕੁਝ ਆਸ ਲੱਗਦੀ ਹੈ ਕਿ ਜਿਵੇਂ ਹੁਣ ਗੱਲ ਚੁੱਕੀ ਜਾ ਰਹੀ ਹੈ ਕਿ ਤੁਹਾਨੂੰ ਜਗ੍ਹਾ ਦਿੱਤੀ ਜਾਏ, ਕਿ ਉਮੀਦ ਲੱਗਦੀ है कुछ, या जो हिम्मत तुसी छड़ी हुई है? देखो, उम्मीद पे दुनिया कायम है, उम्मीद का दामन कभी नहीं छोड़ना चाहिए। हम सब लोग साथ हैं, जितने भी व्यापारी हैं, यहाँ से लगभग 150 व्यापारी हैं और उनके साथ हर दुकान पे 5 से 10 आदमी काम करते हैं। सब लोगों के रोजी रोटी पे संकट आ गया है, क्या करें। नहीं की आंदोलन करोगे फिर दोबारा जगह? अब आंदोलन तो जो होगा वो तो होना ही है, आंदोलन का रास्ता तो खुला ही हुआ है। एक बार हम मात खा गए, कोई बात नहीं, दोबारा फिर लड़ेंगे, जीतेंगे। कारण क्या है कि हमारे कितने परिवार लोग सब मिलने वाले सब आ रहे हैं, दोस्तों के पास आ रहे हैं, इधर उधर जा रहे हैं, सातवां देने आ रहे हैं, बहुत लोग साथ हैं, पूरा रुद्रपुर शहर हमारे साथ में है। लेकिन थोड़ी जी हिम्मत मिलती है। हाँ। इस औखे वेले जेड़ा थोड़ी सपोर्ट च आ रहा, जेड़ा दुख वंडा रहा, किते ना किते थोड़ी जी ताकत मिलती है। ताकत तो मिलती है, दोस्तों का साथ मिलता है। दुख तो पूरा नहीं हो सकता, उसकी पूर्ति नहीं हो सकती, लेकिन किते ना किते हौसला मिलता है। बस हौसला मिलता है। हम संघर्ष करेंगे। दुकानें जो टूटी हैं, रोजी रोटी का संकट आ गया है अभी फिलहाल। चलो, जोशी फोटो स्टेट दी शॉप बहुत पुरानी सी। भाई तुहाडी उम्र कितनी है? मेरी उम्र है 38 साल। कितने साल तुहाडी पुरानी शॉप सी? 42 साल। तुहाडे जन्म तो पहला दी शॉप सी? हाँ, पिताजी ने मेरे शुरू करी थी ये शॉप, और जब से फादर साहब ने छोटा सा पौधा लगाया सी, जेड़ा आज पानी देने जोगा होया सी, तो सरकार ने उजाड़ दिया उसे। हमें तो बेघर कर दिया। आज कहीं किराए में दुकान नहीं मिल रही, वो मिल रही है तो कोई 50,000 मांग रहा है, कोई 40,000 किराया मांग रहा है, कहाँ से लाएंगे बताओ। पूरी जिंदगी पई है तुम्हारे सामने, पूरी जिंदगी है, अभी तो बच्चों को पालना है, पढ़ाई का है, कैसे होगा। रणनीति की है, किस तरह की तुहानू लगदा है? आंदोलन करेंगे, व्यापारी सब इकट्ठे हैं, सब एकजुट होकर आंदोलन करते हैं। भाई साहब नाल गल करदे आ, फिर संजय जुनेजा जी को लावांगे कि आखिर हुण किस तरह के तेवर ने उन्हां दे, किस तरह की अगली रणनीति है। भाजी की हुण अगे तुहानू की सलाह कीती है दुकानदारों ने मिलके, किस तरह की रणनीति? भाई साहब सब मिलके हैं, आंदोलन करेंगे। हमें यही जगह चाहिए, हम और कहीं नहीं जाएंगे, समझे। इत्थे तो सरकार की जगह होगी, यानी कि पीछे जगह चाहिए गांधी पार्क देखो। ਇਹਦੇ ਲਈ ਕਿਸ ਤਰ੍ਹਾਂ ਦੇ ਪ੍ਰयास ਰਹਿਣਗੇ? ਕਿਹੜੀ ਹੁਣ ਕਿਸੇ नेता ਦੇ ਪਿੱਛੇ ਜਾਓਗੇ, व्यापारी ਪਿੱਛੇ ਲੱਗੋਗੇ, किस तरह की रणनीति रहेगी? आम व्यापारी तो कह रहे हैं कि सानू नेताओं ने ठग लिया। हमें तो व्यापार मंडल के साथ में है,
हमें तो जगह यही चाहिए, हमें और जगह चाहिए ही नहीं। चाहे थोड़ी मिले, 10 फुट मिले, अपन रहेंगे इधर ही, मरेंगे यहीं, जिएंगे भी यहीं। हमें चाहिए यहीं पर, और जगह हमें मिल ही नहीं सकती है। चलो हमें जाना ही नहीं है और जगह। बहुत दुखी ने संजय जुनेजा जी ਦੇ ਕੋਲ ਆਉਣੇ ਆਜੋ ਭਾਜੀ ਆਜੋ। ਸੰਜੇ ਜੁਨੇਜਾ ਜੀ ਜਿਹੜੇ ਇਸ ਪ੍ਰੋਟੈਸਟ ਨੂੰ ਲੀਡ ਕਰ ਰਹੇ ਸੀ, ਆਜੋ ਭਾਜੀ ਆਜੋ, ਇੱਕ ਵੱਖਰੇ ਰੂਪ ਵਿੱਚ ਆਏ ਸੀ, ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ ਆਰੋਪ ਇਹਨਾਂ ਦੇ ਉੱਤੇ ਹੀ ਮੜ ਦਿੱਤਾ ਗਿਆ ਹੈ ਕਿ ਇਹਨਾਂ ਦੀ ਕਾਰਨ ਇਹ ਅੰਦੋਲਨ ਜਿਹੜਾ ਹੈ ਉਹ ਖਿਸਕ ਗਿਆ। ਜੁਨੇਜਾ ਜੀ, ਤੁਹਾਨੂੰ ਜਿਸ ਤਰ੍ਹਾਂ ਦੀ ਪਹਿਲਾਂ ਤਾਰੀਫ ਕੀਤੀ ਜਾ ਰਹੀ ਸੀ, ਵਪਾਰੀ ਤੁਹਾਡੇ ਨਾਲ ਖਲੋਤੇ ਸੀ, ਲੇਕਿਨ ਹੁਣ ਨੇਤਿਆਂ ਦੇ ਨਿਸ਼ਾਨੇ ਤੇ ਤੁਸੀਂ ਹੀ ਹੋ। ਵਿਪਕਸ਼ ਵੱਲੋਂ ਤੁਹਾਡੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਹੁਣ ਅਗਲੀ ਰਣਨੀਤੀ ਕੀ ਰਹੇਗੀ? ਵਪਾਰੀ ਤੇ ਮਾਰਾ ਗਿਆ, ਵਪਾਰੀ ਤਾਂ ਠੱਗਿਆ ਗਿਆ, ਵਪਾਰੀ ਤੇ ਬਰਬਾਦ ਹੋ ਗਿਆ। ਨੇਤਿਆਂ ਦੀ ਚਾਲ ਦੇ ਵਿੱਚ ਵਪਾਰੀ ਸਮਝ ਨਹੀਂ ਪਾ, ਵਪਾਰੀ ਭੋਲਾ ਬਾਲਾ। ਹੁਣ ਕਿਸ ਤਰ੍ਹਾਂ ਦੀ ਰਣਨੀਤੀ ਹੈ? ਇਹਨਾਂ ਨੂੰ ਹੱਕ ਦੇ ਵਾਲੋਂ ਕੀ ਕਰੋਗੇ ਤੁਸੀਂ? देखिए, मैं तो सबसे पहले ये कहना चाहूँगा कि जो उल्टी सीधी बातें कर रहे हैं वो ये देख लें, आप दोबारा से आपके कैमरे में देख लें। ये जो व्यापारी हैं जिनकी लड़ाई संजय जुनेजा लड़ रहा था, जिनकी लड़ाई व्यापार मंडल हमारा बैनर एक लड़ रहा था, ये आज भी ये हमारे साथ खड़े हुए लोग पूरे विश्वास के साथ। इनको भरोसा है संजय जुनेजा पर। जो नेता लोग जो इधर नेता तो ਤੁਹਾਡੇ ਅਸਤੀਫੇ ਦੀ ਮੰਗ ਕਰ ਦਿੱਤੀ ਹੈ ਕਿ ਤੁਸੀਂ ਅਸਤੀਫਾ ਦਿਓ। ਤੁਸੀਂ ਜਿਹੜਾ ਮੰਚ ਹੈ ਉਹਨੂੰ ਨੇਤਿਆਂ ਦੇ ਹਵਾਲੇ ਕਰਤਾ। ਨੇਤੇ ਇੱਥੇ ਆ ਕੇ ਆਪਣੀ ਰੋਟੀ ਸੇਕ ਗਏ, ਵਾਹ ਵਾਹੀ ਲੁੱਟ ਗਏ, ਮਾਰਿਆ ਤੇ ਵਪਾਰੀ ਗਿਆ ਨਾ, ਬਰਬਾਦ ਤੇ ਵਪਾਰੀ ਹੋ ਗਿਆ ਨਾ, ਸੜਕਾਂ ਤੇ ਤਾਂ ਵਪਾਰੀ ਆ ਗਿਆ ਨਾ। ਕਿਹਦਾ ਅਸੀਂ ਦੁੱਖ ਦਿਖਾਈ ਆ? ਭਾਜੀ ਨੂੰ ਗੱਲ ਇੱਕ ਮਿੰਟ ਤੁਹਾਡੇ ਕੋਲ ਫਿਰ ਆਉਣੇ ਆ। ਭਾਜੀ ਤੁਹਾਡੀ ਵੀ ਸ਼ਾਪ ਸੀ? ਭਾਜੀ ਸਾਡੀ ਇੱਥੇ ਸ਼ਾਪ ਸੀ, ਬਚਪਨ ਤੋਂ ਇੱਥੇ ਲੱਗੇ ਹੋਏ ਆ, 30 ਸਾਲ ਤੋਂ ਦੇਖਦੇ ਹੋਏ ਆਏ ਆ ਕਿ ਸਾਡੀ ਆ ਸ਼ਾਪ ਹੈਗੀ ਹੈ। ਬਚਪਨ ਇੱਥੇ ਬੀਤਿਆ, ਨਲਕਾ ਲੱਗਿਆ ਹੋਇਆ, ਉਹਦਾ ਪਾਣੀ ਪੀ ਪੀ ਕੇ ਵੱਡੇ ਹੋਏ ਆ। ਰਾਜਨੀਤੀ ਤਾਂ ਹੋਈ ਹੈ ਜਿੰਨੇ ਵੀ ਕੀਤੀ ਹੈ। ਆ ਕੰਪਲੈਕਸ ਬਣ ਰਿਹਾ, ਮੈਂ ਦੇਖ ਕੈਮਰਾਮੈਨ ਨਾਲ ਦਿਖਾਓ ਕੰਪਲੈਕਸ, ਉਹ ਬੋਰਡ ਲੱਗਿਆ ਹੋਇਆ ਦੇਖੋ। ਬਿਲਕੁਲ ਹੀ ਟਰਮੀਨਲ ਜਿਹੜਾ ਬੱਸ ਅੱਡੇ ਦੇ ਸਾਹਮਣੇ। ਹਾਂਜੀ, ਦੁਨੀਆ ਨੂੰ ਪੈਸਾ ਵੰਡਿਆ, ਸਾਰਿਆਂ ਨੂੰ ਪਤਾ, ਕੜਵਾ ਸੱਚ ਹੈਗਾ, ਸਾਰਿਆਂ ਨੂੰ ਪਤਾ ਹੈ। ਹਰ ਨਿਊਜ਼ ਵਾਲੇ ਨੂੰ ਪਤਾ ਹੈ, ਹਰ ਚੈਨਲ ਵਾਲੇ ਨੂੰ ਪਤਾ, ਹਰ ਨੇਤਾ ਨੂੰ ਪਤਾ ਹੈ, ਖੋਲ ਕੇ ਪੈਸਾ ਵੰਡਿਆ ਗਿਆ। ਕੋਈ ਮੂੰਹ ਤੇ ਬੋਲ ਕੇ ਵਿਖਾਏ ਨਾ। ਉਹਦੀ ਰੋਟੀ ਇੱਥੇ ਢਾਬੇ ਤੇ 5 ਰੁਪਏ ਦੀ ਰੋਟੀ, 7 ਰੁਪਏ ਦੀ ਰੋਟੀ, ਉੱਥੇ 20 ਰੁਪਏ ਦੀ ਰੋਟੀ ਵਿਕਣੀ ਹੈ। ਉੱਥੇ ਕਰੋੜਾਂ ਰੁਪਏ ਦਾ ਲੱਗਦਾ ਹੈ। ਕਾਰਪੋਰੇਟ ਨੂੰ ਫਾਇਦਾ ਦਿਵਾਉਣ ਲਈ ਵਪਾਰੀ ਨੂੰ ਠੱਗ ਲਿਆ ਗਿਆ। ਵਪਾਰੀ ਬਰਬਾਦ। ਤੁਹਾਡੇ ਕਹਿਣ ਦਾ ਮਤਲਬ ਇਹ ਹੈ? ਹਾਂ, ਸਰਕਾਰ ਨੇ ਇੱਕ ਬੰਦੇ ਨੂੰ ਫਾਇਦਾ ਪਹੁੰਚਾਉਣ ਵਾਸਤੇ ਨਾ ਹਜ਼ਾਰਾਂ ਦੀ ਰੋਟੀਆਂ ਛੀਨ ਲਈ ਹੈ। ਉਸ ਬੰਦੇ ਨੂੰ ਕੋਈ ਪਤਾ ਕਰੋ ਜੋ 10,000 ਰੁਪਏ ਕਮਾਉਂਦਾ ਸੀ, 300 ਰੁਪਏ ਰੋਜ਼ ਦੀ ਘਰ ਜਾ ਕੇ ਰੋਟੀ ਖਾਂਦਾ ਸੀ, ਰੋਜ਼ ਦੀ ਦਾਲ ਖਰੀਦਦਾ ਸੀ। ਕੱਲ ਉਹਦੇ ਘਰ ਚੁੱਲ੍ਹਾ ਜਲਿਆ ਜਾਂ ਨਹੀਂ ਜਲਿਆ, ਉਹਦੇ ਜਾ ਕੇ ਘਰ ਜਾ ਕੇ ਪਤਾ ਤਾਂ ਕਰੋ। ਚਲੋ, ਇਸ ਤਰ੍ਹਾਂ ਦੇ ਕਈ ਵਪਾਰੀ ਨੇ ਜਿਨ੍ਹਾਂ ਦਾ ਜਿਹੜੇ ਜਜ਼ਬਾਤ ਨੇ, ਜਿਨ੍ਹਾਂ ਦਾ ਜਿਹੜਾ ਦੁੱਖ ਹੈ ਉਹ ਵਾਰ-ਵਾਰ ਜਿਹੜਾ ਬਾਹਰ ਨੂੰ ਆਉਂਦਾ ਹੈ। ਪੀੜਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਾਇਦ ਇਹਨਾਂ ਦੇ ਲਈ ਕੁਝ ਹੋ ਸਕੇ। ਤੁਹਾਡੀ ਸਪੋਰਟ ਜ਼ਰੂਰ ਚਾਹੀਦੀ ਹੈ। ਤੁਸੀਂ ਕੀ ਸੋਚਦੇ ਹੋ? ਇਹਨਾਂ ਦੇ ਲਈ ਆਪਣੀ ਰਾਏ ਜ਼ਰੂਰ ਰੱਖਦੇ ਜੀ। ਸੰਜੇ ਜੁਨੇਜਾ ਜੀ ਹੁਣ ਕਿਸ ਤਰ੍ਹਾਂ ਦੀ ਉਹ ਰਹੇਗੀ? ਇੱਕ ਸੈਕਿੰਡ, ਉਹ ਆਸ਼ੂ ਗਰੋਵਰ ਜੀ ਆ ਚੁੱਕੇ ਨੇ, ਜਿਹੜੇ ਕਿ ਇਸ ਰਾਮ ਲੋਹੀਆ ਮਾਰਕੀਟ ਦੇ ਅਧਿਕਸ਼ ਸੀ। ਬਹੁਤ ਤਕਲੀਫ ਹੈ ਸਾਨੂੰ ਇਹਨਾਂ ਦੇ ਨਾਲ ਵੀ, ਕਿਉਂਕਿ ਜਿਸ ਤਰ੍ਹਾਂ ਦੇ ਜਦੋਂ ਖਬਰ ਆਉਂਦੀ ਹੈ, ਅਲਟੀਮੇਟਮ ਮਿਲਦਾ ਹੈ, ਜੋ ਜਿਹੜੀ ਇਹਨਾਂ ਦੀ ਤਸਵੀਰ ਸੀ ਉਹ ਅਸੀਂ ਸ਼ਬਦਾਂ ਬਿਆਨ ਨਹੀਂ ਕਰ ਸਕਦੇ ਕਿਸ ਤਰ੍ਹਾਂ ਦੇ ਇਹਨਾਂ ਦੇ ਜਜ਼ਬਾਤ ਸੀ। ਆਸ਼ੂ ਜੀ, ਕੁਝ ਵਪਾਰੀ ਕਹਿੰਦੇ ਕਿ ਸਾਡਾ ਸਭ ਕੁਝ ਖਤਮ ਹੋ ਗਿਆ, ਕੀ ਉਮੀਦ ਹੈ? ਹੁਣ ਕੋਈ ਥਾਂ ਮਿਲਣ ਦੀ ਉਮੀਦ ਹੈ ਤੁਹਾਨੂੰ? ਕੀ ਉਮੀਦ ਹੋਣੀ ਹੈ ਬਾਊ ਜੀ? ਕੀ ਦੱਸੇ, ਅਸੀਂ ਤਾਂ ਦੁੱਖ ਪਾਰ ਹੀ ਨਹੀਂ ਕਰ ਪਾ ਰਹੇ। ਕੀ ਪਾਰ ਕਰੀਏ? ਕੀ ਹੋਏਗਾ? ਇੱਥੇ ਦੁਕਾਨਦਾਰ ਬਿਲਕੁਲ ਗਰੀਬ ਦੁਕਾਨਦਾਰ ਕੀ ਹੋਣਾ, ਕੋਈ ਸਮਝ ਨਹੀਂ ਆ ਰਿਹਾ ਹਾਲੇ ਤੱਕ ਸਾਨੂੰ। ਕੋਈ ਨੇਤਾ ਨਹੀਂ, ਕੋਈ ਅਭਿਨੇਤਾ ਨਹੀਂ, ਬਸ ਅਸੀਂ ਇਕੱਲੇ ਵਪਾਰ ਨੇਤੇ ਦਾ ਬੜੇ ਬੜੇ ਉੱਚੇ ਭਾਸ਼ਣ ਦੇ ਰਹੇ ਸੀ, ਤੁਹਾਡੇ ਨਾਲ ਖੜੇ ਸੀ, ਕੀ ਠੱਗ ਲਿਆ ਗਿਆ ਤੁਹਾਨੂੰ ਨੇਤਿਆਂ ਨੇ? सब ने ठग लिया जी। अपनी 3 डबल इंजन की सरकार ने आज हमें धोखा दे दिया। साफ दिख रहा है, हर आदमी को दिख रहा है, ये रुद्रपुर की नींव हिली है, रुद्रपुर की नींव है ये। आज रुद्रपुर में कोई खोखा फड़ नहीं बचेगा, देख लेना, इस बात की गारंटी दे रहा हूं मैं। जो आज रुद्रपुर की ये नींव हिली है ना, कोई नहीं, मालिक सब देख रहे हैं। की होएगा? वधिया होगा साडे नाल। ਹੁਣ ਕੀ ਮੰਗ ਕਰਦੇ ਹੋ? ਕੀ ਮਰहम लग सके? कोई उम्मीद है? हमें कहीं ना कहीं बढ़िया जगह बसाया जाए, भाई यही और मरहम है और कोई नहीं है। ਚਲੋ, ਦੁੱਖ ਜਿਹੜਾ ਹੈ ਬਹੁਤ ਜ਼ਿਆਦਾ। ਸੰਜੇ ਜੁਨੇਜਾ ਜੀ, ਹੁਣ ਵਪਾਰੀਆਂ ਨੂੰ ਕਿਸ ਤਰ੍ਹਾਂ ਮਰहम ਲਗਾਓਗੇ? ਉਹਨਾਂ ਨੇ ਤਾਂ ਬਾਗਡੋਰ ਤੁਹਾਨੂੰ ਸੌਂਪ ਦਿੱਤੀ ਸੀ, ਤੁਸੀਂ ਤਾਂ ਭਾਵੇਂ ਜਿਹਦੇ ਕਰਦੇ। ਵਪਾਰੀ ਤੇ ਮਾਰਿਆ ਗਿਆ ਨਾ, ਵਪਾਰੀ ਤੇ ਠੱਗਿਆ ਗਿਆ, ਵਪਾਰੀ ਤੇ ਬਰਬਾਦ ਹੋ ਗਿਆ ਨਾ। ਕਿਸ ਤਰ੍ਹਾਂ ਦੀ ਹੁਣ ਤੁਹਾਡੀ ਰਣਨੀਤੀ ਇਹਨਾਂ ਦੇ ਲਈ? देखिए, इन व्यापारियों के दुख के साथ संजय जुनेजा पहले भी खड़ा था और आज भी खड़ा है। संजय जुनेजा ऐसा व्यक्ति नहीं, व्यापार मंडल ऐसा व्यक्ति नहीं जो अपनी दुकानें खोल के बैठ गए और चले दुकानों पर बैठे पड़े, दुकानों पर बैठे भाषणबाजी कर रहे हैं, घरों पर बैठकर अपनी आप लोगों को लाइव सुन रहे हैं। मैं कहना चाहता हूं, यदि आप लोग अगर हमारे समर्थक हो तो आओ ना, यहाँ पर खड़े हो जाओ, करो प्रशासन से बात, करो शासन से बात।
हमारे लोगों को छत दिलाओ, छत इन लोगों को, तमाशा मत करो। ਜਿਹੜੇ ਨੇਤੇ ਵਾਰ-ਵਾਰ ਆ ਰਹੇ ਸੀ 2-3 ਦਿਨ ਤੋਂ ਲਗਾਤਾਰ ਇੱਥੇ ਦਿਖਾ ਰਹੇ ਸੀ, ਭਾਸ਼ਣਬਾਜ਼ੀ ਕਰ ਰਹੇ ਸੀ, ਅਖਬਿਆਨਬਾਜ਼ੀ ਕਰ ਰਹੇ ਸੀ, ਅੱਜ ਕੋਈ ਨਜ਼ਰ ਆ ਰਿਹਾ ਇਹਨਾਂ ਦੇ ਨਾਲ? ਅੱਜ व्यापारियों ਨੂੰ ਕੱਲਾ ਛੱਡ ਦਿੱਤਾ ਗਿਆ ਸੀ, ਇਹ ਕਰ ਦਿਆਂਗੇ, ਅਸੀਂ वो कर देंगे, किथे गए सारे आज? देखिए ये लड़ाई हम दोबारा से स्टार्ट करने जा रहे हैं। मुझे भरोसा है इन अपने व्यापारियों के ऊपर, मुझे इनका मुझ पर भरोसा है और मुझे इन पर भरोसा है। हम लड़ाई तो लड़ेंगे लड़ाई, इनको जब तक हम लोग इनको छत नहीं दिलवा देंगे हम भी चैन से बैठने वालों में से नहीं है। सत्ता के गलियारों में आवाज गूंजेगी संजय जुनेजा की, सत्ता के गलियारों में आवाज गूंजेगी इन छोटे व्यापारियों की, कैसे नहीं गूंजेगी? रुद्रपुर शहर हेडक्वार्टर है ये, यहाँ से सारा काम। ਜੁਨੇਜਾ ਜੀ ਪਕਸ਼ ਦੇ ਨੇਤਾ ਆਰੋਪ ਲਗਾਉਂਦੇ ਨੇ ਇਹਦੇ ਵਿੱਚ ਤੁਸੀਂ ਰਾਜਨੀਤੀ ਗੁਸੇੜ ਦਿੱਤੀ ਤਾਂ ਕਿਤੇ ਜਾ ਕੇ ਅੰਦੋਲਨ ਖਰਾਬ ਹੋਇਆ। ਉਹ ਕਹਿੰਦੇ ਆ ਕਿ ਮੇਅਰ ਸਾਹਿਬ ਦੀ ਸਾਡੀ ਫੋਨ ਤੇ ਗੱਲ ਹੋਈ, ਕਾਲੇ ਫੀਤੇ ਲਗਾ ਕੇ ਤੁਹਾਡੀ ਸਪੋਰਟ 'ਚ ਆ ਗਏ, 40 ਦੇ 40 ਪਾਸੇ ਤੁਹਾਡੀ ਸਪੋਰਟ 'ਚ ਆ ਗਏ। ਕਹਿੰਦੇ ਜਦੋਂ ਇੱਥੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਹੀ ਵਿਪਕਸ਼ ਦੇ ਨੇਤਾ ਉਹਨਾਂ ਨੂੰ ਗਾਲਾਂ ਕੱਢਦੇ ਸੀ, ਉਹਨਾਂ ਦੇ ਖਿਲਾਫ ਨਾਰੇ ਲਗਾਉਂਦੇ ਸੀ। ਕਿਤੇ ਨਾ ਕਿਤੇ ਕਹਿੰਦੇ ਆ ਜਿਹੜੇ ਤੁਹਾਡੇ ਪਕਸ਼ ਸੀ, ਲੇਕਿਨ ਨੇਤਿਆਂ ਨੂੰ ਤੁਸੀਂ ਇੱਥੇ ਵਾੜ ਕੇ ਸਾਰਾ ਜਿਹੜਾ ਮਲੀਆ ਮੇਟ ਕਰਤਾ, ਉਹਨਾਂ ਦਾ ਆਰੋਪ ਇਹ ਹੈ ਸਿੱਧਾ ਸਿੱਧਾ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਕਹਿਣਾ ਹੈ ਉਹ ਠੀਕ ਹੈ? देखिए हमारे पंजाबी में एक कहावत है ना, आटा गूंथती और हिलती क्यों है? जब आटा गूंने जाएगा तो हिलेगा ना आदमी। जब हम बैठे हैं यहाँ पर टेंट गाड़ के बैठे हैं, लोगों को समर्थन दे रहे हैं आकर, तो आपको काहे की तकलीफ है भाई? काहे का दर्द है? इन व्यापारियों को इसलिए बैठे थे कि सब लोग आगे समर्थन दे, सब बातचीत करें। अरे आप तो सत्ता के लोग थे, आप तो सब काम कर सकते थे। माननीय मुख्यमंत्री जी पन्नगर एयरपोर्ट पर आते हैं, सब लोग फोटो खिंचाते हैं, उनसे बात करते हैं, जाओ यहाँ से देहरादून कितनी दूर है? 3 घंटे का 4 घंटे का रास्ता है। अरे सारा अगर वो नेतागिरी विपक्ष लोग कर रहे थे तो समाप्त करते ना, इनको पक्की छत। ਨਹੀਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਤੁਹਾਡੀ ਸਪੋਰਟ 'ਚ ਆ ਰਹੇ ਸੀ ਤੇ ਤੁਹਾਡੇ ਹੀ ਮੰਚ ਤੇ ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀ ਸੀ, ਉਹਨਾਂ ਦੇ ਖਿਲਾਫ ਸ਼ਬਦ ਬੋਲੇ ਜਾ ਰਹੇ ਸੀ। ਉਹਨਾਂ ਦਾ ਸਿੱਧਾ ਸਿੱਧਾ ਕਹਿਣਾ ਇਹ ਹੈ ਕਿ ਮੰਚ ਜਿਹੜਾ ਤੁਹਾਡਾ ਜਿਹੜਾ ਇੱਕ ਨਿਰੋਲ ਵਪਾਰਿਕ ਮੰਚ ਸੀ ਉਹਦਾ ਰਾਜਨੀਤੀਕਰਨ ਕਰ ਦਿੱਤਾ ਗਿਆ, ਬਿਆਨਬਾਜ਼ੀ ਪੁੱਟੀ ਸਿੱਧੀ ਹੋਈ ਹੈ, ਜਿਹਦੇ ਕਰਕੇ ਖਾਮਿਆਜਾ ਵਪਾਰੀ ਨੂੰ ਭੁਗਤਣਾ ਪਿਆ। ਵਪਾਰੀ ਤੇ ਬਰਬਾਦ ਹੋ ਗਿਆ ਨਾ, ਵਪਾਰੀ ਨੇਤਾ ਦੀ ਚਾਲਾਂ 'ਚ ਫਸ ਗਿਆ ਨਾ। ਵਪਾਰੀ ਹੁਣ ਕਿੱਥੇ ਜਾਏ? व्यापारी ਜਿਹੜੇ ਵਿਚਾਰਾ स्कूलों की फीसा भर रही है, बच्चों की ताजी कमाई करते हैं, वो कितने जाए? देखिए मैं कहना चाहता हूँ इन व्यापारियों में दोबारा से ताकत है इनके अंदर, ऐसा नहीं ताकत नहीं इनके अंदर। ठीक है हमारा आज इन्होंने उजाड़ दिया, हमारी छती तो उजाड़ी है, हमारी सांसें नहीं रोक पाएंगे ये लोग, हमारा मर्डर नहीं कर पाएंगे, हमारा गला नहीं घोट पाएंगे ये लोग। ਤੇ ਕੀ ਕਰੋਗੇ ਹੁਣ ਇਹਨਾਂ ਵਾਸਤੇ? ਕੀ ਕਰੋਗੇ? इनकी लड़ाई लड़ेगा इस तरह आशु जी की हो तुसी अपने अगर ये मसले का हल घर बैठे कर देते तो हम यहाँ टेंट लगा के बैठते, इनके विरोध में बैठते। यहाँ पे आके जो दूसरी पार्टी वाले आके जो विरोध करा ये होता, आप पहले खुद समझदार हो भाई साहब इस बारे में। आप यहाँ हम बैठते आके, ये हमें खुद तो इन्होंने मौका दिया नेता को बाहर आने का, जो उन्होंने पुतला फूका, हमने थोड़ी गाँव से पुतला फूको जाके, हमने थोड़ी जाके उनके घर को बुलाया आगे पुतला फूको। आपने खुद मौका दिया उनको स्टेज यहाँ बनाने का। ਜਿਹੜੇ ਉਹ ਗੱਲ ਕਰਦੇ ਨੇ ਕਿ ਇੱਕ ਤਾਂ ਤੁਹਾਨੂੰ ਸਪੋਰਟ ਕਰ ਰਹੇ ਨੇ, ਫਿਰ ਉਹਨਾਂ ਦੇ ਪੁਤਲੇ ਫੂਕੇ ਜਾ ਰਹੇ। ਵਪਾਰੀਆਂ ਨੇ ਕਹਿੰਦੇ ਉਹ ਕਿੰਨਾ ਕਹਿਣਾ ਕਿ ਵਪਾਰੀ ਨੇ ਵਿਰੋਧ ਕਿਉਂ ਨਹੀਂ ਕੀਤਾ ਵੀ ਇੱਥੇ ਰਾਜਨੀਤੀ ਨਾ ਕੀਤੀ ਜਾਏ, ਉਹਨਾਂ ਦੇ ਪੁਤਲੇ ਨਾ ਫੂਕੇ ਜਾਣ। ਸੋ ਉਹਨਾਂ ਦਾ ਇਹ ਕਹਿਣਾ है। भाजपा नेता ने हमारे एक दुकानदार को 12 दिन पहले कह दिया था ये दुकानें नहीं बचेगी, जो मर्जी कर लो। ਕਿਹੜਾ ਨੇਤਾ ਖੜ ਕੋ ਖੋਲੂ ਖੋਲੋ क्या नाम लें, अब क्या किससे क्या करें? ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਭਵਿੱਖਬਾਣੀ ਕਰਦੀ ਕਿ ਨਹੀਂ बिल्कुल ਬਚਣਗੀਆਂ। बिल्कुल ਇਹਨਾਂ ਨੂੰ ਪਹਿਲਾਂ ਪਤਾ ਸੀ। पता सी ਉਹਨੂੰ पता सी। उन्होंने पूरा प्रोग्राम बनाया, सत्र होएगा इतने विधायक होना नहीं है, MP ਦਾ ਉੱਥੇ सत्र होना है, सब पूरा गेम प्लान सी ਸਾਡੇ ਉਜਾੜਨ ਦਾ। बस ਤੇ ਹੁਣ ਕੀ ਮੰਗ ਕੀ ਕਰਦੇ ਹੋ ਕਿ ਮੰਗ ਇਹ ਕਿ ਬਸਾਓ ਸਾਨੂੰ ਕਿਤੇ ਨਾ ਕਿਤੇ ਬਸਾਓ, बस किधर जाइए। छोटे छोटे व्यापारी है, होटल वाले है कि अपना रोज गुजारा भत्ता कर दे की है ਕਿ ਤੁਸੀਂ ਵਪਾਰੀ ਜਿਹੜਾ ਵਪਾਰੀ ਬੰਦਾ ਆਮ ਬੰਦਾ ਹੁੰਦਾ ਹੈ ਉਹਨੂੰ ਤਾਂ ਸਵੇਰੇ ਦੁਕਾਨ ਤੇ ਹੁੰਦਾ 100 ਟੈਨਸ਼ਨਾਂ ਆਉਂਦੀਆਂ ਨੇ, ਇਧਰ ਲਿਮਟ ਦੇ ਪੈਸੇ ਦੇਣੇ ਆ, ਇਧਰ ਕਰਜ਼ਾ ਦੇਣਾ, ਇਧਰ ਕਿਸ਼ਤ ਦੇਣੀ ਹੈ। ਵਪਾਰੀ ਕਿਹਦਾ ਮਤਲਬ ਠੱਗਿਆ ਗਿਆ ਨੇਤਿਆਂ ਦੇ। बिल्कुल जी ठगिया गया, बिल्कुल ठगिया गया, बहुत ज्यादा ठगिया गया। ਤੇ ਤੁਸੀਂ ਕੋਈ ਲੀਗਲੀ ਕੰਮ ਵੀ ਨਹੀਂ ਕੀਤਾ, ਲੀਗਲੀ ਐਕਸ਼ਨ ਵੀ ਨਹੀਂ ਲਿਆ। ਵਨਬੂਲਪੁਰਾ ਦਾ ਇੰਨਾ ਵੱਡਾ ਮੁੱਦਾ ਸੀ, ਆਖਰ ਸਟੇ ਮਿਲਿਆ ਉਹਨਾਂ ਨੂੰ। ਥੋੜਾ ਜਿਹਾ ਕੋਰਟ ਕਚਹਿਰੀ ਦੇ ਵੀ ਤੁਸੀਂ ਤੁਹਾਨੂੰ ਇੱਕ ਰਣਨੀਤੀ ਅਪਣਾਉਣੀ ਚਾਹੀਦੀ ਹੈ। एनएच ਦਾ ਮਾਮਲਾ ਸੀ, ਅਸੀਂ ਸੋਚਦੇ नेता आराम ਨਾਲ ਇਹਨੂੰ ਨਿਪਟਾ ਲੈਣਗੇ। और वैसे भी ये स्टेट हाईवे 1 अप्रैल को ये स्टेट हाईवे हो जाना, देख लें आप भी, क्योंकि बाईपास जो बन रहा है उसमें स्टेट हाईवे में चली जाएगी ये रोड। ये सामने देखो 45 फुट दूर है वो ठेका, देखो सामने आप वो नेशनल हाईवे में खुला हुआ है। एनएच में कभी शराब का ठेका नहीं खुल सकता, क्योंकि ये स्टेट हाईवे घोषित हो चुका है। ये तो हमें बेमतलब उजाड़ा गया है और किसी राजनीति षड्यंत्र के चक्कर में हमें उजाड़ा गया है। अब क्या बोले इसके बारे में। जुनेजा जी व्यापारी ਤਾਂ ਉਜਾੜ ਦਿੱਤੇ ਗਏ, ਕੀ ਲੱਗਦਾ ਕੀ ਮਨਸ਼ਾ ਕਿਉਂ ਉਜਾੜੇ ਗਏ? ਕਿ ਖਾਲੀ ਇਹੀ ਗੱਲ ਹੋ ਸਕਦੀ ਹੈ ਕਿ ਤੁਸੀਂ ਕਾਂਗਰਸੀਆਂ ਨੂੰ ਮੰਚ ਦਿੱਤਾ, ਕਾਂਗਰਸੀਆਂ ਨੇ ਉਹਨਾਂ ਦੇ ਖਿਲਾਫ ਰਗਲ ਬਿਆਨਬਾਜ਼ੀ ਕੀਤੀ, ਕਿ ਖਾਲੀ ਕੇਵਲ ਇਹੀ ਵਜ੍ਹਾ ਹੈ, कोई और वजह है? देखिए सच बात तो कड़वी लगेगी सबको, इनकी चली नहीं ना, चली होती तो आज ये लोग सब यहाँ मालाएं पहन रहे होते, सारे लोग आते हैं यहाँ पर माला पहन रहे होते।
लंबी, इतनी लंबी लिस्ट होती है यहाँ पर। ਆਮ ਚਰਚਾ ਹੈ ਕਿ ਸ਼੍ਰੇ ਲੈਣ ਦੀ ਹੋੜ ਦੇ ਵਿੱਚ ਵਪਾਰੀ ਮਾਰਿਆ ਗਿਆ, ਕ੍ਰੈਡਿਟ ਲੈਣ ਦੀ ਹੋੜ ਦੇ ਵਿੱਚ ਵਪਾਰੀ ਮਾਰਿਆ ਗਿਆ, ਇਹ ਕਹਿਣਾ ਹੈ। इनकी तो चली नहीं भाई साहब, चली होती तो आज बात ही क्या होती। आज देखो ना, हमारा व्यापारी रो नहीं रहा होता। आज छोटे छोटे मामले को लेकर कहाँ कहाँ लोग जाते हैं, क्या क्या करते हैं। आप तो तमाशा रोज देखते हैं मीडिया के अंदर, तो क्या क्या नहीं करते। फूलों का गुलदस्ता एक एक फूल देने के लिए तो पंतनगर में झगड़े करते हैं लोग। वहां जाकर पंतनगर मुख्यमंत्री को अगर एक फूल का एक कली भी देनी पड़ जाए तो फोटो खिंचाने की होड़ रहती है इन लोगों को। क्यों नहीं फोटो खिंचाई यहाँ पर? ਜੁਨੇਜਾ ਜੀ, ਹੁਣ ਤੁਸੀਂ ਕਹਿੰਦੇ ਹੋ ਕਿ ਪਿੱਛੇ ਜਗ੍ਹਾ ਦਿਵਾਉਣ ਨੂੰ ਤੁਸੀਂ ਸੰਘਰਸ਼ ਕਰੋਗੇ। ਨਗਰ ਨਿਗਮ ਦੇ ਵਿੱਚ ਅਸੀਂ ਲਾਈਵ ਟੈਲੀਕਾਸਟ ਕੀਤਾ ਹੈ, ਤੁਸੀਂ ਵੀ ਉੱਥੇ ਮੌਜੂਦ ਸੀ। ਜਦੋਂ ਉੱਥੇ ਇੱਕ ਗੱਲ ਚੁੱਕੀ ਗਈ ਕਿ ਜਗ੍ਹਾ ਇੱਥੇ ਨਾ ਮਿਲੇ ਤਾਂ ਇੱਕ ਅਲਟਰਨੇਟ ਉਹਦਾ ਰੱਖੋ ਕਿ ਕਿਸੇ ਹੋਰ ਜਗ੍ਹਾ ਤੇ ਦੇ ਦਿੱਤੀ ਜਾਏ ਜਗ੍ਹਾ। ਪਹਿਲਾਂ ਤੁਸੀਂ ਤਿਆਰ ਸੀ, ਉੱਥੇ ਜਾ ਕੇ ਕਹਿੰਦੇ ਹੋ ਕਿ ਸਾਨੂੰ ਇੱਥੇ ਹੀ ਚਾਹੀਦੀ ਹੈ ਜਗ੍ਹਾ। ਮੇਅਰ ਸਾਹਿਬ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਰਿਮੋਟ ਕੰਟਰੋਲ ਚੱਲ ਰਹੇ ਨੇ, ਉਹਨਾਂ ਦਾ ਸਿੱਧਾ ਆਰੋਪ ਤੁਹਾਡੇ ਤੇ ਮਾਰਦਾ ਹੈ ਕਿ ਜਦੋਂ ਗੱਲ ਹੋ ਚੁੱਕੀ ਸੀ ਫਿਰ ਉੱਥੇ ਜਾ ਕੇ ਕਿਵੇਂ ਬਦਲ ਜਾਂਦੀ ਹੈ। ਪੂਰਵ ਵਿਧਾਇਕ ਰਾਜਕੁਮਾਰ ਠੋਰਾ ਉੱਥੇ ਜਾ ਕੇ ਪਹੁੰਚਦੇ ਨੇ, ਤੁਸੀਂ ਕਹਿੰਦੇ ਹੋ ਕਿ ਸਾਨੂੰ ਇੱਥੇ ਹੀ ਜਗ੍ਹਾ ਚਾਹੀਦੀ ਹੈ। ਅਗਰ ਇੱਕ ਆਪਸ਼ਨ ਇਹ ਵੀ ਹੁੰਦਾ ਕਿ ਚਲੋ ਇੱਥੇ ਨਹੀਂ ਮਿਲੇਗੀ ਤਾਂ ਪਿੱਛੇ ਜਗ੍ਹਾ ਦੇ ਦਿੱਤੀ ਜਾਏ, ਹਾਮੀ ਭਰੀ ਹੁੰਦੀ ਤਾਂ ਸ਼ਾयद ਸੌਖਾ ਹੋਣਾ ਸੀਗਾ। देखिए, संजय जुनेजा ने वो बात कही जो यहाँ के सब दुकानदारों ने कही। ये दुकानदार बैठे हैं, बताए ना, इन सब की एक सहमति थी। जब नगर निगम में जाने लगे, इन लोगों ने सहमति दी थी कि सिर्फ यहीं की बात की जाएगी, अल्टरनेटिव बात नहीं करी जाएगी। पहले हथियार छोड़ देंगे हम लोग, क्या पहले सब कुछ खत्म कर दें अपने आप को कि हम यहाँ नहीं तो वहां से ही, ऐसे कैसे कर देंगे। आज मौका है इस बात का। ये सब व्यापारी बताएं, सबने कहा नहीं कहा था कि उन्होंने कहा था सिर्फ यहीं की बात ਮੈਂ ਕਰ ਬਿੱਟੂ ਭਾਈ ਇੱਕ ਗੱਲ ਦੱਸੋ। ਉਹਨਾਂ ਦਾ ਇਹ ਕਹਿਣਾ ਹੈ ਕਿ ਸੰਜੇ ਜੁਨੇਜਾ ਜੀ ਪਹਿਲਾਂ ਤਿਆਰ ਸੀ ਕਿ ਇੱਥੇ ਜਗ੍ਹਾ ਨਹੀਂ ਮਿਲਦੀ ਤਾਂ ਆਪਾਂ ਕਿਤੇ ਹੋਰ ਲੈ ਲਾਂਗੇ। ਫਿਰ ਕਹਿੰਦੇ ਕਿ ਇਹਨਾਂ ਇਹ ਕਿਸੇ ਦੇ ਰਿਮੋਟ ਕੰਟਰੋਲ ਚ ਆ ਕੇ ਇਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਹੀ ਜਗ੍ਹਾ ਚਾਹੀਦੀ। ਕੀ ਨਾ ਕੋਈ ਇਤਫਾਕ ਰੱਖਦੇ ਹੋ ਤੁਸੀਂ? ਨਹੀਂ ਨਹੀਂ, ਅਸੀਂ ਇਹਨਾਂ ਦਾ ਕੋਈ ਨਹੀਂ ਡਿਸੀਜਨ ਸੀ, ਸਾਡੇ ਵਪਾਰੀਆਂ ਦਾ ਡਿਸੀਜਨ ਸੀ। ਅਸੀਂ ਹੀ ਸੰਜੇ ਜੀ ਨੂੰ ਕਿਹਾ ਸੀ ਕਿ ਅਸੀਂ ਜਿੱਥੇ ਹੈਗੇ ਆ ਸਾਨੂੰ ਉੱਥੇ ਹੀ ਜਗ੍ਹਾ ਦਿੱਤੀ ਹੈ। ਇਹਨਾਂ ਨੇ ਆਪਣਾ ਆਰੋਪ ਮਿਲੇ ਜਾ ਰਹੇ ਨੇ ਕਿ ਸੰਜੇ ਜੁਨੇਜਾ ਰਿਮੋਟ ਕੰਟਰੋਲ ਚੱਲ ਰਹੇ ਸੀ। ਬਿਲਕੁਲ ਬੇਬੁਨਿਆਦ ਆਰੋਪ ਨੇ, ਝੂਠੇ ਆਰੋਪ ਨੇ। ਜੋ ਅਸੀਂ ਕਹਿੰਦੇ ਸੀ ਸੰਜੇ ਜੀ ਸਾਡੇ ਨਾਲ ਚੱਲ ਰਹੇ ਸੀ, ਸਾਡੇ ਡਿਸੀਜਨ ਦੇ ਨਾਲ ਸਹਿਮਤ ਹੁੰਦੇ ਸੀ ਤਾਂ ਅੱਗੇ ਆਪਣਾ ਬਿਆਨ ਦਿੰਦੇ ਸੀ। ਇਹਨਾਂ ਨੇ ਆਪਣਾ ਕੋਈ ਇਹਨਾਂ ਦਾ ਬਿਆਨ ਨਹੀਂ ਸੀ। ਹੋਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਕਿ ਅੱਜ ਤੋਂ ਜਿਹੜੇ ਆਸ਼ੂ ਜੀ ਨੇ ਹੁਣੇ ਗੱਲ ਕਲੀਅਰ ਕੀਤੀ ਹੈ, ਤੁਹਾਨੂੰ ਡਿਸਕਲੋਜ਼ ਕੀਤੀ ਹੈ ਕਿ 12-15 ਦਿਨ ਪਹਿਲੇ ਜਿਹੜੇ ਭਾਜਪਾ ਨੇਤਾ ਦਾ ਬਹੁਤ ਬੜਾ ਲੀਡਰ ਸੀ, ਉਹ ਮੈਨੂੰ ਕਾਲ ਆਈ ਸੀ, ਮੇਰੀ ਗੱਲ ਹੋਈ ਸੀ ਉਹਨਾਂ ਨਾਲ। ਉਹਨਾਂ ਨੇ ਕਿਹਾ ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਡੀਆਂ ਦੁਕਾਨਾਂ ਕਿਸੇ ਕੰਡੀਸ਼ਨ ਨਹੀਂ ਬਚਣਗੀਆਂ। ਇਸ ਦਿਨ ਸੱਤਰ ਚੱਲੇਗਾ, ਇਸ ਦਿਨ ਉੱਤੇ ਹੋਣਗੇ, ਇਸ ਦਿਨ ਇਹ ਹੋਣਾ। ਯਾਨੀ ਕਿ ਪਹਿਲਾਂ ਹੀ ਸਾਰੀ ਗੇਮ ਬਣੀ ਸਰ ਨੇ ਅਗਰ ਪੂਰਾ ਗੇਮ ਪਲਾਨ ਬਣ ਗਿਆ ਸੀ ਫਿਰ ਤੁਹਾਨੂੰ ਆਸ਼ਵਾਸਨ ਕਿਉਂ ਮਿਲਦਾ ਰਿਹਾ? ਤੁਸੀਂ ਜਦੋਂ ਚਾਪੀ ਸੌ ਬਣ ਗਏ ਸੀ ਤਾਂ ਉਦੋਂ ਹੀ ਫਿਰ ਸ਼ਾਇਦ ਉਹ ਹਾਂਜੀ ਹਾਂਜੀ, ਮੈਂ ਸਾਨੂੰ ਲੇਕਿਨ ਆਪਣੇ ਵਿਧਾਇਕ ਦੇ ਉੱਤੇ ਜਿਹੜੇ ਸਾਡੇ ਦਿਨੋਂ ਦਾ ਵਿਧਾਇਕ ਸੀ ਸ਼ਿਵ ਅਰੋੜਾ ਜੀ, ਉਹਨਾਂ ਤੇ ਪੂਰਾ ਭਰੋਸਾ ਸੀ ਕਿ ਸਾਡੇ ਨਾਲ ਉਹ ਫੇਵਰ ਕਰਨਗੇ। ਸਾਨੂੰ ਪੂਰੀ ਲਾਸਟ ਮੂਵਮੈਂਟ ਤੇ ਜਿਸ ਦਿਨ ਸਾਡੀਆਂ ਦੁਕਾਨਾਂ ਰਾਤ ਨੂੰ ਖਾਲੀ ਹੋਈਆਂ ਨੇ, ਉਸ ਦਿਨ ਸਵੇਰੇ ਵੀ ਵਿਧਾਇਕ ਜੀ ਨਾਲ ਗੱਲ ਹੋਈ ਸੀ। ਉਹਨੇ ਕਿਹਾ ਤੁਸੀਂ ਨਿਸ਼ਚਿੰਤ ਹੋ ਕੇ ਬੈਠੋ, ਤੁਹਾਡੀ ਦੁਕਾਨ ਨਾਲ ਕੁਝ ਵੀ ਨਹੀਂ ਹੋਏਗਾ, ਮੈਂ ਤੁਹਾਡੇ ਨਾਲ ਆ। ਲੇਕਿਨ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕਾਲ ਕਰਦੇ ਸੀ, ਉਹਨਾਂ ਦਾ ਪੀਏ ਸਾਹਿਬ ਫੋਨ ਚੁੱਕਦੇ ਸੀ ਕਿ ਉਹ ਵਿਧਾਨ ਸਭਾ ਸੱਤਰ 'ਚ ਹੈਗੇ ਨੇ। ਪਤਾ ਨਹੀਂ ਰਾਤ ਨੂੰ 12 ਵਜੇ ਤੱਕ ਕਦੋਂ ਤੱਕ ਉਹਨਾਂ ਦਾ ਸੱਤਰ ਚੱਲਦਾ ਰਿਹਾ। ਉਸ ਤੋਂ ਬਾਅਦ ਸਾਡੇ ਉਹਨਾਂ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਹੋ ਪਾਈ ਸੀ, ਸਾਡੇ ਨਾਲ ਕੁਝ ਨਹੀਂ ਹੋਇਆ। ਆਖਰ ਦਿੱਕਤ ਕਿੱਥੇ ਆ ਗਈ? ਫਿਰ ਕੋਈ ਨਾ ਕੋਈ ਤਾਂ ਵਜ੍ਹਾ ਹੈ ਨਾ। ਜਦ ਪੂਰਾ ਆਸ਼ਵਾਸਨ ਮਿਲਦੇ ਜਾ ਰਿਹਾ ਸੀ ਕਿ ਦੁਕਾਨਾਂ ਨਹੀਂ ਹਟਣਗੀਆਂ, ਪ੍ਰੋਬਲਮ ਕਿੱਥੇ ਆ ਗਈ? ਕੋਈ ਨਾ ਕੋਈ ਤਾਂ ਵਜ੍ਹਾ ਰਹੀ ਹੈ ਨਾ। ਤੁਹਾਨੂੰ ਲੱਗਦਾ ਹੈ ਕਾਰਨ ਕੀ ਹੈ? ਕਾਰਨ ਮੈਨੂੰ ਤਾਂ ਇਹ ਲੱਗਦਾ ਜਾਂ ਤਾਂ ਵਿਧਾਇਕ ਜੀ ਚੱਲੀ ਨਹੀਂ ਉੱਥੇ, ਜਾਂ ਉਹਨੇ ਸੁਣਵਾਈ ਕੋਈ ਨਹੀਂ ਹੋਈ। ਬਈ ਅਗਰ ਸੁਣਵਾਈ ਹੁੰਦੀ ਤਾਂ ਸਾਡੇ ਨਾਲ ਕਰਦੇ। ਉਹਨਾਂ ਕੋਲ ਜਵਾਬ ਹੀ ਨਹੀਂ ਦੇਣ ਲੱਗ ਪਈ। ਮੈਂ ਉਹਨਾਂ ਨੂੰ ਤੇ ਜਵਾਬ ਕਹਿ ਕੇ ਆਇਆ ਵੀ ਤੁਹਾਡੀ ਦੁਕਾਨਾਂ ਨਹੀਂ ਜਾਣਗੀਆਂ। ਉੱਥੇ ਤਾਂ ਉਹਨੂੰ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਹੋਈ, ਤਾਂ ਹੀ ਸਾਡਾ ਫੋਨ ਨਹੀਂ ਚੁੱਕ ਰਹੇ ਸੀ। ਸਾਡੀ ਮਜਬੂਰੀ ਲਾਸਟ ਆਖਿਰ ਸਾਡੇ ਕੋਲ ਆਪਸ਼ਨ ਕੀ ਸੀ? ਅਗਰ ਰਾਤੀ ਦੁਕਾਨਾਂ ਨਹੀਂ ਖਾਲੀ ਕਰਦੇ, ਸਾਡਾ ਤਾਂ ਮਲੀਆ ਮੇਟ ਕਰ ਦੇਣੀ, ਜਿਵੇਂ ਸਾਡੇ ਦੁਕਾਨਾਂ ਭਰੀਆਂ ਕਰ ਦਿੰਦੇ। ਨਹੀਂ, ਕੁਝ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਜਦੋਂ ਰਾਤ ਨੂੰ ਮੁਨਾਦੀ ਹੁੰਦੀ ਹੈ ਬੜੀ ਜਲਦੀ ਹਥਿਆਰ ਛੱਡਤੇ। ਵੇਖੋ ਜਦੋਂ ਤੁਸੀਂ ਹਥਿਆਰ ਛੱਡਦੇ ਸਮਾਨ ਕੱਢਣ ਲੱਗ ਪਏ ਫਿਰ ਤਾਂ ਪ੍ਰਸ਼ਾਸਨ ਹਾਵੀ ਹੋਣਾ ਹੀ ਸੀ। ਥੋੜਾ ਜਿਹਾ ਜੂਝਦੇ, ਸਵੇਰ ਦਾ ਸਮਾਨ ਪਿਆ ਰਹਿੰਦਾ, ਪਬਲਿਕ ਤੁਹਾਡੇ ਨਾਲ ਹੁੰਦੀ ਤਾਂ ਸ਼ਾਇਦ ਇਹ ਰੁਕ ਜਾਣਾ ਸੀ ਕੰਮ। ਜੇ ਤੁਸੀਂ ਰਾਤੀ ਹਥਿਆਰ ਛੱਡਦੇ ਸਾਰੇ, ਫਿਰ ਜਿਹੜੇ ਨੇਤਾ ਨੇ ਵਿਪਕਸ਼ੀ ਨੇ ਉਹ ਫਿਰ ਤੁਹਾਡੇ ਨਾਲ ਕਿੱਦਾਂ ਜੁੜਨ ਜੇ ਤੁਸੀਂ ਆਪ ਹੀ ਹਥਿਆਰ ਸਾਰੇ ਛੱਡਤੇ? ਤੁਸੀਂ ਇਹ ਗੱਲ ਦੱਸੋ, ਅਗਰ ਸਾਡੇ ਜਿਹੜੇ ਇੱਥੇ ਵਪਾਰੀ ਇੰਨੇ ਸક્ષਮ ਹੁੰਦੇ ਜਾਂ ਇੰਨੇ ਹੁੰਦੇ ਕਿ ਪੈਸੇ ਵਾਲੇ, ਤੇ ਫਿਰ ਅਸੀਂ ਖੋਖਿਆ ਜੀ ਬੈਠਣਾ ਸੀ। ਤੁਸੀਂ ਕਹਿੰਦੇ ਕਿ ਸਮਾਨ ਵੇਚ ਰਹੇ ਦਿੰਦੇ, ਜਿਵੇਂ ਪ੍ਰਸ਼ਾਸਨ ਨੇ ਸਵੇਰਾ ਮਾਰਕੀਟਿੰਗ ਕਰ ਦਿੱਤੀ ਸੀ, ਕਿਸੇ ਬੰਦੇ ਨੂੰ ਅੰਦਰ ਨਹੀਂ ਵੰਡ ਰਹੇ ਕਿ ਅਸੀਂ ਸਮਾਨ ਵੀ ਆਪਣਾ ਮਲੀਆ ਮੇਟ ਕਰ ਦਿੰਦੇ ਸੀ। ਜਦ ਸਾਨੂੰ ਇਹਦੇ ਤੇ ਉਹ ਨਹੀਂ ਜਿਹੜਾ ਹੁੰਦਾ ਮੌਜ ਆਮ ਜਿਹੜੇ ਵਿਪਕਸ਼ੀ ਨੇਤਾ ਨੇ ਉਹ ਕਹਿੰਦੇ ਕਿ ਇਹਨਾਂ ਨੇ ਹਥਿਆਰ ਛੱਡਦੇ, ਜਦੋਂ ਤੁਸੀਂ ਡਟੇ ਰਹਿੰਦੇ ਤਾਂ ਸ਼ਾਇਦ ਪੂਰਾ ਬਾਜ਼ਾਰ ਬੰਦ ਹੋ ਕੇ ਤੁਹਾਡੇ ਸਮਰਥਨ ਚ ਆਉਂਦਾ, ਕੋਈ ਨਾ ਕੋਈ ਆਸ ਮਿਲਦੀ। ਪਬਲਿਕ ਦਾ ਰੋਹ ਵੇਖ ਕੇ ਜਿਵੇਂ ਹਲਦਵਾਨੀ ਦੇ ਵਿੱਚ ਹੋਇਆ ਸੀ, ਉਹ ਕੁਮਾਓ ਕੁਛ ਵੀ ਜੁੜੇ ਸੀ, ਲੇਕਿਨ ਪਬਲਿਕ ਦਾ ਰੋਹ ਵੇਖ ਕੇ ਉੱਥੇ ਉਹਨਾਂ ਨੂੰ ਰੋਕਣਾ ਪਿਆ, ਬੰਦ ਕਰਨਾ ਪਿਆ ਅਤੀਕ੍ਰਮਣ। ਇੱਥੇ ਉਹ ਰਣਨੀਤੀ ਤੁਸੀਂ ਨਹੀਂ ਅਪਣਾ ਸਕਦੇ ਸੀ? ਨਹੀਂ ਸਾਹਿਬ, ਐਸਾ ਦੇਖੋ ਜੀ, ਸਵੇਰੇ ਜਦੋਂ ਮਾਰਕੀਟਿੰਗ ਲੱਗ ਗਈ ਸੀ ਨਾ ਕੋਈ ਨੇਤਾ ਆਇਆ, ਨਾ ਕੋਈ ਸਮਾਜਿਕ ਦਲ ਸਾਡੇ ਨਾਲ ਆਏ। ਪੁਲਿਸ ਨੂੰ ਵੇਖ ਕੇ ਸਭ ਦੇ ਹੋਪਲੈਸ ਹੋ ਗਈ ਸਾਰੇ। ਹੋਰ ਕੱਲ ਜਦੋਂ ਇਹਨਾਂ ਨੇ ਤੋੜਾ ਫੋੜੀ ਕੀਤੀ, ਕਿਸੇ ਨੂੰ ਅੰਦਰ ਵੜਨ ਦਿੱਤਾ ਸੀ ਨਾ? ਕਿਸੇ ਬੰਦੇ ਨੂੰ ਅੰਦਰ ਨਹੀਂ ਵੜਨ ਦਿੱਤਾ ਇਹਨਾਂ ਨੇ। ਹਰ ਬੰਦਾ ਡਰ ਗਿਆ ਸੀ, ਇਸ ਚੱਕਰ ਰਾਤੀ ਸਮਾਨ ਖਾਲੀ ਕਰਨਾ ਪਿਆ। ਚੁੱਕਣ ਦਿੱਤੀ। ਹਾਂਜੀ।
ਕੱਲ ਦੀ ਡੇਟ 'ਚ ਜਦੋਂ ਇਹਨਾਂ ਨੇ ਬੈਰੀਕੇਡ ਕਰਤਾ ਰਾਤੀ 12 ਵਜੇ ਸਾਰਿਆਂ ਨੂੰ ਕਿਹਾ ਸਮਾਨ ਚੱਕ ਲਓ, ਅਸੀਂ ਕੀ ਕਰਦੇ ਆਪਣੇ ਹੱਥੀ ਨਾਲ ਅੱਗ ਲਾ ਦਿੰਦੇ ਆਪਣੇ ਸਮਾਨਾਂ ਨੂੰ। ਯਾਨੀ ਕਿ ਵਪਾਰੀ ਜਿਹੜਾ ਪੂਰਾ ਸਾਰਾ ਮਿਡਲ ਕਲਾਸ ਉਹ ਕਹਿੰਦਾ ਵੀ ਜਿਹੜਾ ਸਮਾਨ ਬਚ ਹੋਈ ਬਚਾ ਲਈਏ, ਕਿਤੇ ਨਾ ਕਿਤੇ ਹੋਈ ਰਿਹਾ। 2-4 ਹਜ਼ਾਰ ਨਾਲ ਜਿੰਦਾ ਕੰਮ ਚੱਲਦਾ ਹੈ, ਜੋ ਬੱਚਿਆਂ ਦਾ ਇਹ ਕੰਮ ਬੜਾ ਚੱਲਦਾ ਦੁੱਖ ਦੀ ਗੱਲ ਕਿ ਜਿਹੜਾ ਵਪਾਰੀ ਕਹਿੰਦਾ ਕਿ ਜਾਂਦੇ ਜਾਂਦੇ ਚਲੋ ਕੁਝ ਸਮਾਨ ਬਚ ਜਾਏ ਮਨਸ਼ਾ ਸੀ। ਸ਼ੈਲੇਂਦਰ ਗਰੋਵਰ ਜੀ ਮੇਰੇ ਨਾਲ ਮੌਜੂਦ ਨੇ, ਬਹੁਤ ਹੀ ਮਿਹਨਤ ਕਰ ਰਹੇ ਸੀ, ਜਜ਼ਬਾਤ ਇਹਨਾਂ ਦੇ ਵੀ ਅਸੀਂ ਕਈ ਵਾਰ ਤੁਹਾਨੂੰ ਦਿਖਾਏ ਨੇ। ਗਰੋਵਰ ਜੀ ਸਭ ਕੁਝ ਖਤਮ ਹੋ ਗਿਆ, ਉਮੀਦ ਸੀ ਬਹੁਤ ਵੱਡੀ ਤੁਹਾਨੂੰ। ਸਾਨੂੰ ਸਾਰੇ ਮਾਨਯ ਵਿਧਾਇਕ ਜੀ ਨਾਲ ਬਹੁਤ ਉਮੀਦ ਹੈਗੀ ਸੀ, ਪੂਰਾ ਆਸ਼ਵਾਸਨ ਦੇ ਰਹੇ ਸੀ ਬਾਰ-ਬਾਰ। ਅਧਿਕਸ਼ ਮਹੋਦਯ ਸਾਡੇ 24 ਸਾਲ ਚਾਬੀਆਂ ਸੌਂਪ ਦਿੱਤੀਆਂ, ਉਸ ਤੋਂ ਬਾਅਦ ਤਾਂ ਸਾਡੀ ਉਮੀਦ ਪੂਰੀ ਵੱਧ ਜਾਣੀ ਚਾਹੀਦੀ ਸੀ ਨਾ। ਆਰੋਪ ਲੱਗ ਰਿਹਾ ਕਿ ਰਾਜਨੀਤੀਕਰਨ ਕਰ ਦਿੱਤਾ ਗਿਆ, ਤਾਂ ਇਹ ਜਿਹੜਾ ਇਹਨੇ ਉਹਨੀਆਂ ਗੱਲਾਂ ਹੁੰਦੀਆਂ ਨੇ ਵੀਰ ਜੀ, ਤੁਸੀਂ ਵੀ ਜਾਣਦੇ, ਤੁਸੀਂ ਤਾਂ ਇੱਕ ਬਹੁਤ ਵੱਡੇ ਚੈਨਲ ਦੇ ਮਾਲਿਕ ਹੈਗੇ ਹੋ। ਜਿਹੜਾ ਕਰਦਾ ਉਹ ਭਾਈ ਸਾਹਿਬ ਨੇ ਇੱਕ ਗੱਲ ਕੀਤੀ, ਆਟਾ ਗੁੰਨਦਾ ਹਿਲਦੀ ਕਿਉਂ ਹੈ। ਜਿਸ ਵੇਲੇ ਜੇ ਮੰਚ ਤੇ ਬੈਠਣਗੇ ਜੋ ਵੀ ਆਏਗਾ, ਅਸੀਂ ਤਾਂ ਇਹੀ ਵਾਸਤੇ ਬੇਨਤੀ ਕੀਤੀ ਸੀ ਵੀ ਸਾਨੂੰ ਇੱਥੇ ਇਸ ਵਾਸਤੇ ਜਾਏ, ਸਾਡਾ ਕਾਰੋਬਾਰ ਚੱਲਦਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਤੁਹਾਡੇ ਨਾਲ ਖੜ ਗਿਆ, ਮੇਅਰ ਸਾਹਿਬ ਕਹਿੰਦੇ ਕਿ ਕਾਲੀ ਪੱਟੀ ਵੀ ਤੁਹਾਡੇ ਕੋਲ ਆ ਕੇ ਬਣ ਲਈ, 40% ਇਕੱਠੇ ਹੋ ਕੇ ਲੈ ਕੇ ਆ ਗਏ, ਕਹਿੰਦੇ ਮੰਚ ਤੇ ਆ ਕੇ ਸਾਡੇ ਖਿਲਾਫ ਅਪਸ਼ਬਦ ਬੋਲੇ ਜਾ ਰਹੇ ਨੇ। ਉਹ ਤੇ ਕਿਤੇ ਫਿਰ ਕਿੱਦਾਂ व्यापारी ने नहीं बोला, किसी भी व्यापारी ने उनके खिलाफ किसी भी कुछ देखो जी, ये खाली आरोप ने। अगर किसी व्यापारी ने किसी सरकार के खिलाफ किसी ਕਹਿੰਦੇ ਕਾਂਗਰਸੀ ਕਹਿ ਰਹੇ ਸੀ ਤਾਂ ਵਪਾਰੀ ਉਹਨਾਂ ਨੂੰ ਰੋਕ ਸਕਦੇ ਸੀ। ਮੇਅਰ ਸਾਹਿਬ ਦੇ ਅਸੀਂ ਇੰਟਰਵਿਊ ਵੇਖਿਆ, ਕਹਿੰਦੇ ਜੇ ਕਾਂਗਰਸੀਆਂ ਨੇ ਉਹਨਾਂ ਦੇ ਖਿਲਾਫ ਬੋਲੇ, ਉਹ ਕਹਿੰਦਾ ਕਿਸੇ ਵਪਾਰੀ ਨੇ ਰੋਕਿਆ ਨਹੀਂ। विपक्ष का तो काम ही है, विपक्ष तो बोलेगा ही, व्यापारी ने थोड़ी बोलिया है। व्यापारियों ਨੂੰ अगर भरोसा ना ਹੁੰਦਾ ਤਾਂ ਚਾਬੀ ਕਿਉਂ ਦਿੰਦੇ। ਸਾਨੂੰ ਤਾਂ ਤਿਨਕੇ ਦਾ ਸਹਾਰਾ ਵੀ ਮਿਲ ਜਾਂਦਾ ਨਾ, ਅਸੀਂ ਉਹਦੇ ਨਾਲ ਵੀ ਤਰ ਜਾਂਦੇ। ਸਾਨੂੰ ਤਿਨਕੇ ਦਾ ਵੀ ਸਹਾਰਾ ਕਿਸੇ ਨੇ ਨਹੀਂ ਦਿੱਤਾ। ਕੋਈ ਵਪਾਰੀ ਕੋਈ ਨੇਤਾ ਆ ਕੇ ਇਹਨਾਂ ਤਿਨਕੇ ਦਾ ਸਹਾਰਾ ਦੇ ਦਿੰਦਾ ਕਿ ਅਸੀਂ ਤੇਰੇ ਨਾਲ ਖੜੇ ਹਾਂ। ਇੱਕ ਵੀਡੀਓ ਪਾਈ ਜਾਂਦੀ ਹੈ, ਮੈਨੂੰ ਬੜਾ ਅਫਸੋਸ ਹੈ, ਮੇਰੇ ਬਚਪਨ ਦੇ ਦੋਸਤ ਹੈਗੇ ਨੇ, ਮੇਰੇ ਆ ਹੈਗੇ ਨੇ, ਮੇਰੇ ਉਹ ਹੈਗੇ ਨੇ, ਇੱਥੇ ਆ ਕੇ ਸਾਡੇ ਨਾਲ ਖੜੇ ਹੋ ਨਾ, ਬਚਪਨ ਦੇ ਦੋਸਤ ਹੈਗੇ। ਕਿਹੜੇ ਨੇਤਾ ਨੇ ਗੱਲ ਖੋਲ ਕੇ ਕਰੋ ਯਾਰ। ਸਾਰੇ ਵੀਡੀਓ ਪਤਾ ਹੈ, ਨਾ ਨਹੀਂ ਦੱਸੀ। ਸੰਜੇ ਜੁਨੇਜਾ ਜੀ, ਹੁਣ ਕੀ ਰਣਨੀਤੀ ਹੈ ਯਾਰ ਇਹਨਾਂ ਵਪਾਰੀ ਦੁੱਖ ਤਾਂ ਸਾਡੇ ਕੋਲ ਵੀ ਨਹੀਂ ਦੇਖਿਆ ਜਾਂਦਾ, ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਦੇ ਹੋ ਗਏ ਨੇ। ਇੱਕ ਵਪਾਰੀ ਹੁਣੇ ਖੁਸ਼ੀ ਟੈਲੀਕਾਮ ਵਾਲੇ ਕਹਿੰਦੇ ਆ ਘਰ ਵੇਚ ਕੇ ਉਹਨਾਂ ਨੇ ਪਿਛਲੀ ਦੁਕਾਨ ਲਈ, ਘਰ ਦੀ ਛੱਤ ਵੀ ਗਈ, ਦੁਕਾਨ ਵੀ ਗਈ। ਇਸ ਤਰ੍ਹਾਂ ਦੇ ਕਈ ਵਪਾਰੀ ਨੇ। ਉਹ ਦੋ ਭੈਣਾਂ ਜਿਹੜੀਆਂ ਸੀ 4 ਤਰੀਕ ਨੂੰ ਉਹਨਾਂ ਨੇ ਓਪਨਿੰਗ ਕੀਤੀ ਸੀ, ਨਵੀਂ ਦੁਕਾਨ ਦੀ ਜੌਬ ਛੱਡ ਕੇ ਆਈਆਂ ਵਿਚਾਰੀਆਂ, ਨਵੀਂ ਦੁਕਾਨ ਦੀ ਓਪਨਿੰਗ ਕੀਤੀ, ਹਫਤਾ ਵੀ ਨਹੀਂ ਹੋਇਆ ਆਰਡਰ ਆ ਜਾਂਦਾ ਕਿ ਖਾਲੀ ਕਰੋ ਨਹੀਂ ਤਾਂ ਤੋੜ ਦਿੱਤਾ ਜਾਏਗਾ। ਅੱਜ ਉਹਨੇ ਦੁਕਾਨਾਂ ਵੀ ਤੋੜ ਦਿੱਤੀਆਂ ਗਈਆਂ ਨੇ। ਇਸ ਤਰ੍ਹਾਂ ਦੇ ਕਈ ਵਪਾਰੀ ਨੇ। बड़ी उन्होंने सामने तो बहुत बड़ी मुसीबत है इस वेले। देखिए आज मुसीबत तो बहुत बड़ी आ गई है, लेकिन मैं एक बात साफ करना चाहता हूँ, हमारे जो व्यापारी है ना, हताश जरूर हैं पर निराश नहीं हुई। ये निराश इनको होने गल्ला नाल तो व्यापारी तो नहीं होएगा ना। अगर होएगा कि व्यापारी कोई आस है जुनेजा जी दे गल ते कोई ਤੁਹਾਨੂੰ ਲੱਗਦਾ नहीं बिल्कुल सही कह रहे ने कि साडे व्यापारी ਜਿਹੜੇ ਨੇ ਬਿਲਕੁਲ ਨਾਲ ਹੈਗੇ ਨੇ। ਹੁਣ ਜਿਵੇਂ ਹੋਏਗਾ ਜੋ ਸੰਘਰष करेंगे फिर भी ਨਾਲ ਚੱਲਾਂਗੇ। चलो जुनेजा जी की आशा। देखिए ये सारे व्यापारियों की आस्था मेरे ऊपर है। लोग कहते हैं ना कि संजय जी ने राजनीति करी, अगर राजनीति करता संजय जी ने जाकर पैर डगमगाते इस धरती पर खड़े होकर। मैं आ नहीं पाता, मैं आंखें नहीं मिला पाता इनकी आंखों से। आज मैं सबके दुख कर रहा हूँ। कोई आया ना किसी गले मिल के दिखाओ, किसी को दुख तो कंधे से लगाओ हमारे लोगों को, लेकिन नहीं लगाएंगे। सिर्फ बातें तो बना रहे हैं अपने ऑफिस में बैठकर, अपने ड्राइंग रूम में बैठकर, अपने वहाँ बैठ कर हमारे लोग आप जैसे लोगों को बुलाकर उनके सामने नौटंकी कर रहे हैं। ड्रामा मत करो, मैं कहना चाहता हूँ ड्रामा मत करो। लोग देख रहे हैं तुमको, तुम्हारा तमाशा देख रहे हैं। कहीं का ईट और कहीं का रोड़ा भानुमति ने कुंभ जोड़ा। मत डालो हम पर कोई बात को, सब कमियां तुम्हारे अंदर थी, सब तुम लोगों ने हमारे साथ ऐसा करा, लेकिन कोई हमें हताश नहीं है। मैं तो कहना चाहता हूँ आ जाओ सारे लोग मिलकर, अब भी आ जाओ जुनेजा जी, सारे लोग मिलकर आ जाओ, आ जाओ सारे लोग मिलकर आ जाओ। गांधी पार्क के अंदर जगह दे दो सबको, 10-10 फुट की 10 बाई 10 की दुकानें बना के दे दो। नगर निगम के ਇਹ ਗੱਲ ਪਹਿਲਾਂ ਵੀ ਤੁਸੀਂ ਰੱਖ ਸਕਦੇ ਸੀ, ਨਾਲ ਹੀ ਚੱਲਦੇ ਕਿ ਚਲੋ ਬਈ ਨਹੀਂ ਤੇ ਨਹੀਂ ਮਿਲੇਗੀ ਤਾਂ ਅਲਟਰਨੇਟਿਵ ਵੀ ਹੋਏ ਕਿ ਸਾਨੂੰ ਪਿੱਛੇ ਥਾਂ ਦਿੱਤੀ ਜਾਏ। ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬਲ ਨਹੀਂ ਮਿਲਦਾ ਇਸ ਚੀਜ਼ ਨੂੰ। ਪਹਿਲਾਂ वीर जी कोई पीछे कब्जा थोड़ी कर लिया किसी ने। 2 दिन में कोई, ये तो जो 2 दिन पहले बात होती है कि हम लोग, हमारी एक डिमांड थी कि यहाँ यहीं पर रहेंगे हम लोग। हमारे कारोबार चल रहे थे यहाँ पे। अब तो 72 फुट हमारी डिमांड तो ये थी ना कि भाई हम लोग यहीं रहेंगे। कोई बात नहीं, आज आशियाना उजड़ गया तो क्या अब हम डिमांड नहीं कर सकते आप लोगों से? क्या आप अब जानबूझ के गुमराह कर रहे हो? अब कौन सा पीछे किसी ने कब्जा कर लिया है? आओ ना, क्यों नहीं आते? आओ हमारे सामने। संजय जुनेजा का अगर मेयर होता तो मैं ये खड़े खड़े लिख के देता कागज में, आ जाओ पीछे कब्जा। अगर मेयर साहब चाहे या बीजेपी चाहे या सरकार चाहे तो पीछे मिल सकती है जगह। बिल्कुल। इस गांधी पार्क में होता क्या है? इस गांधी पार्क में होता क्या है? यहाँ सारा दिन ड्रग्स चलती है, नशा चलता है सारा दिन यहाँ पर। एक और सोल्यूशन हो सकता है, गांधी पार्क पे थल्ले 2 फ्लोर पार्किंग बनाओ, मार्केट की पार्किंग की समस्या खत्म, उत्ते 2 फ्लोर दुकानें बनाओ। साढ़े जिन्ने दुकानदार है सारे ब्राह्मणों को बना लो, आप भी अपनी दुकान। नगर पालिका तो 1 रुपया नहीं लगेगा, सारे पैसे आपदे लाएंगे।
जुनेजा पार्टी की जी समस्या को खत्म करो। व्यापार मंडल वालों प्रांतीय दोपहर वालों ਵੱਡੇ ਵੱਡੇ ਐਲਾਨ ਕੀਤੇ ਗਏ ਸੀ ਪ੍ਰੈਸ ਕਾਨਫਰੰਸ ਕੀਤੇ ਗਏ ਸੀ ਆਪਾਂ ਬਾਜ਼ਾਰ ਬੰਦ ਕਰਾਂਗੇ ਜੋ ਕਰਾਂਗੇ ਕੱਲ ਇੰਨਾ ਵੱਡਾ ਕੰਮ ਹੋ ਗਿਆ बाजार थोड़ा खुला रहा सारे खुले रहे आखिर किथे गए वो ऐलान इन्ने बड़े बड़े। देखिए मुझे कल पुलिस ने उठा लिया था मेरे को शाम को 5 बजे पुलिस ने छोड़ा है तो कोई ऐसा थोड़ी होगा कि सब चीजें खत्म हो गई कोई सब चीजों की लड़ाई फिर से लड़ी जाएगी बंद करने नौबत है कि दोबारा से बंद किया जाएगा अब तो डंके की चोट पे किया जाएगा अब तो आपको घबरा थोड़ी ना संजय जुनेजा मैं तो कहना चाहता हूँ ये व्यापारी आज सबका मनोबल अब दोबारा से ऊपर हो रहा है मनोबल उठ रहा है इन लोगों का और क्यों नहीं उठेगा व्यापारी दुख वेख के मेनू तो बहुत दुख क्योंकि कई व्यापारी तो भाजी असं दस नहीं सकते इन्हें हालात माड़े ने जो खाली असी जो उन्होंने घर जाके महसूस ही कर सकते हैं इस तरह के हालात ने व्यापारियों के। देखिए जो व्यापारी के साथ जो घटना हो गई है अब हमें उससे आगे बढ़ना पड़ेगा अब हमको अब तो मैं तो कह रहा परमात्मा ने क्या पता मैं इसका कराऊं हमारे क्या पता उन नेताओं को शायद अब कोई बुद्धि आ जाए आओ ना सारे लोग मिलकर ये जो इतना बड़ा हमारे साथ कांड हुआ है हमारे को मलहम लगा दो पीछे दे दो गांधी पार्क में 10 बाई 10 की दुकानें निकाल दो आ जाओ सब लोग चलो उन्होंने ਦਾ ਆਪਣਾ ਕੰਮ ਹੈ ਤੁਹਾਡੇ ਲਈ ਰਣਨੀਤੀ ਕੀ ਰਹੇਗੀ ਭਾਈ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਇਹਨਾਂ ਨੂੰ ਹੱਕ ਦਿਵਾਉਣ ਲਈ ਪਿੱਛੇ ਜਗ੍ਹਾ ਦਿਵਾਉਣ ਲਈ ਤੁਸੀਂ ਕਰੋਗੇ ਕੀ ਖਾਲੀ ਬਿਆਨਬਾਜ਼ੀ ਕਰੋਗੇ ਜਾਂ ਕੋਈ ਠੋਸ ਰਣਨੀਤੀ ਬਣਾਓਗੇ ਜਿਹਨੂੰ ਅੰਜਾਮ ਤੱਕ ਪਹੁੰਚਾਓਗੇ ਪਿਛਲਾ ਰਣ ਜਿਹੜਾ ਤੁਹਾਡਾ ਅੰਦੋਲਨ ਸੀ ਉਹ ਤਾਂ ਖਤਮ ਹੋ ਗਿਆ ਉਹ ਤਾਂ ਅੰਦੋਲਨ ਜਿਨ੍ਹਾਂ ਨੇ ਵਿੱਚ ਵਪਾਰੀ ਤਾਂ ਵਿਚਾਰਾ ਸਿੱਧਾ ਬੰਦਾ ਉਹ ਤਾਂ ਸਵੇਰ ਦੀ ਦੁਕਾਨ ਤੇ ਉਹਨਾਂ ਨੂੰ 100 ਚਿੰਤਾ ਨੇ ਉਹ ਫਲਾਣਾ ਕਿਸ ਦੇਣੀ ਹੈ ਲਿਮਿਟ ਬਣਾਉਣੀ ਹੈ ਉਹ ਤਾਂ 6-7 ਦਿਨ ਕਿਵੇਂ ਤੁਹਾਡੇ ਨਾਲ ਬਹਿ ਗਿਆ ਇਹ ਵੀ ਉਹਨਾਂ ਦੀ ਤਾਰੀਫ ਬਣਦੀ ਹੈ। ਚਲੋ ਜੀ ਮੈਂ ਕਹਿੰਦਾ ਇੱਕ ਤਾਂ ਬੜਾ ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਇੰਨਾ ਵੱਡਾ ਕਾਂਡ ਹੋਣ ਦੇ ਬਾਅਦ ਸਾਡੇ ਵਿਧਾਇਕ ਜੀ ਸਾਨੂੰ ਹਾਲੇ ਤੱਕ ਪੁੱਛਣ ਵੀ ਨਹੀਂ ਆਏ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿਉਂ ਨਹੀਂ ਮੂੰਹ ਖਾਣਾ ਚਾਹ ਰਹੇ ਨੇ ਸਾਨੂੰ ਉਹ ਕਰ ਤੂੰ ਸਾਡੇ ਆ ਕੇ ਦਸ਼ਾ ਤਾਂ ਵੇਖਣ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਹੁਣ ਸਾਨੂੰ ਅੱਗੇ ਕੀ ਸਾਨੂੰ ਸਾਡੇ ਨਾਲ ਰਿਲੀਵ ਕਰ ਸਕਦੇ ਨੇ ਲੇਕਿਨ ਉਹਨਾਂ ਦਾ ਕੋਈ ਬਿਆਨ ਨਹੀਂ ਕੋਈ ਕੁਝ ਨਹੀਂ ਸਾਡਾ ਨਾਲ ਕਮਿਊਨੀਕੇਸ਼ਨ ਹੋ ਰਿਹਾ ਅਸੀਂ ਚਾਹੁੰਦੇ ਖੱਟੂ ਸਾਡੀ ਆ ਕੇ ਕੁਝ ਸੁਣਨ ਸਾਡੀ ਵਿਧਾਇਕ ਜੀ जुनेजा जी रणनीति किस तरह की रहेगी ਅਸੀਂ ਚਾਹੁੰਦੇ ਭਾਈ ਵੇਖੋ व्यापारी ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਤਾਂ ਨਹੀਂ ਹੋ ਸਕਦੀ ਕਦੀ ਵੀ थोड़ा बहुत ਇਹਨਾਂ ਨੂੰ ਮਰਮ ਲੱਗ ਸਕੇ ਉਹਦੇ ਲਈ ਕੀ ਕਰੋਗੇ ਤੁਸੀਂ। देखिए नए सिरे से रणनीति बनाई जाएगी और नए सिरे से लड़ाई लड़ी जाएगी और जीतेंगे बिल्कुल जीतेंगे। अब मैं कहना जनप्रतिनिधि कहना चाहता हूँ आ जाओ अब तो हमारा सब कुछ बर्बाद हो गया है हमारे अंदर अब आग जल रही है आग पहले तो हमारे अंदर भरोसा था हमें बहुत कुछ भरोसा था अब आग जल रही है ऐसा ना हो वो आग की लपटें तुम्हारे घरों तक पहुंचे मैं उनसे कहना चाहता हूँ अब भी कर लो ये मौका है तुम्हें माला हम पहना देंगे तुम्हारी जिंदाबाद कर देंगे तुम्हारे यहाँ पर हम बैठा देंगे तुम्हें हम कि आओ कि हमारा बहुत अच्छा काम कर दिया अब तुम्हें यहाँ करना पड़ेगा। जुनेजा जी ਜਿਹੜੀ ਗੱਲ ਕਹਿ ਰਹੇ ਨੇ ਕਿ ਇਤਫਾਕ ਰੱਖਦੇ ਹੋ ਕੁਝ ਹੈ ਹੁਣ ਜਿਹੜੀ ਇਹਨਾਂ ਦੇ ਨਾਲ ਤੁਸੀਂ ਖਲੋਤੇ ਹੋ ਸਾਰੇ ਨਾਲ ਖਲੋਤੇ ਹੋਏ ਆ ਜੀ ਸੰਜੇ ਜੁਨੇਜਾ ਨਾਲ ਕੱਲ ਵੀ ਸੀ ਅੱਜ ਵੀ ਹੈ ਔਰ ਜਿੰਨੇ ਨੇਤਾ ਹੈਗੇ ਨੇ ਮਾਰਕੀਟ ਦੇ ਸਾਰੇ ਨਾਲ ਹੈਗੇ ਆ ਜੋ ਆਏ ਹੁੰਦਾ ਅੱਜ ਵੀ ਸਵਾਗਤ ਕਰਦੇ ਆ ਸਾਡੇ ਕਿਸੇ ਨਾਲ ਕੋਈ ਸੰਜੇ ਜੁਨੇਜਾ ਜੀ ਵੀ ਹੈ ਸੰਜੇ ਜੁਨੇਜਾ ਜੀ से बात ਦੁਸ਼ਮਣੀ ਸੋ ਇਹ ਬਾਊ ਜੀ ਨੇ ਜਿਨ੍ਹਾਂ ਦੀਆਂ 3-4 ਪੀੜ੍ਹੀਆਂ ਜਿਹੜੀਆਂ ਨੇ ਇਸ ਮਾਰਕੀਟ 'ਚ ਦੁਕਾਨਦਾਰੀ ਕਰ ਰਹੀਆਂ ਨੇ ਜਿੰਨਾ ਦੁੱਖ ਇਹਨਾਂ ਨੂੰ ਹੈ ਉਹਨਾਂ ਹੀ ਸਾਰੇ ਵਪਾਰੀਆਂ ਨੂੰ ਹੈ केवल इन्होंने मैं रूबरू इस करके करा रहा क्योंकि इतने मौजूद ने 100-150 परिवार जो इतने मौजूद नहीं है घर घर की ये कहानी है। बाबू जी सब कुछ खत्म हो गया दुकाना उजड़ गई देखो जी इस टाइम असं जिंदा लाश है जिंदा लाश कोई रोवे या ना रोवे सानू की मतलब है इस लाश है नहीं असं महसूस कर सकते हैं सारे जेडे देख रहे हैं सारे महसूस कर महसूस करने वाला नहीं है इतने सब तमाशा देखने वाले ने जितने पीछे खड़े ने देखो नेता लोग खलोते पीछे नेता लोग समझा कि देखो नेता हैंगे नहीं सारे लेकिन साड़ी सुनने वाला कौन नहीं ऐसा लाश बन चुके हैं हम लाश दे के लिए भावे हार पा दो समझा कि भावे कफन पा दो ऐसे जिंदा लाश है भाई हिम्मत ना हारो कोई नहीं तुसी देखो एक घर दे विच तुसी ਵੱਡੇ ਹੋ ਅਸੀਂ जिंदा लाश बन चुके हैं इस टाइम ऐसे मेरे नाल कई है ना जिंदा लाश बने हुए इस टाइम कई हैं और कई तमाशा देखने वाले हैं सारे तमाशा देख रहे हैं सब तमाशा देख रहे हैं। क्यों ਮੰਗ ਕੀ ਕਰਦੇ ਹੋ ਜਿਵੇਂ ਸੰਜੇ ਜੁਨੇਜਾ ਅਧਿਕਸ਼ ਕਹਿ ਰਹੇ ਨੇ ਅਸੀਂ ਲੜਾਂਗੇ ਤੁਹਾਡੇ ਨਾਲ ਫੇਰ ਨਵੀਂ ਜਾਨ ਫੂਕਾਂਗੇ ਸਾਡੀ ਮੰਗ ਜਿਹੜੀ ਹੈ ਨਾ ਸਿਰਫ ਮੇਰੀ ਆਪਦੀ ਸਾਡੀ ਨਹੀਂ ਹੈਗੀ ਮੇਰੀ ਮੰਗ ਹੈਗੀ ਹੈ ਜਿੰਨੇ ਨੇਤਾ ਹਨ ਮਾਦਰ ਚੋਟ ਇਹਨਾਂ ਸਾਰੇ ਦੇ ਕਿਉਂ ਇੱਥੇ ਬਣਾ ਦਿੱਤੀਆਂ ਜਾਣ ਕਬਰਾਂ ਨਹੀਂ ਆ ਖਾਲੀ ਜਗ੍ਹਾ ਹੋਈ सब कब्र बनाती जान जिन्हें मुखालफ है थोड़ा जा कंट्रोल रखो कंट्रोल नहीं है कंट्रोल असं मर चुके हैं मरे तो कंट्रोल की होता है थोड़ी लाश है चलो अपनी गल रखो ਤੁਹਾਡੇ ਵਿੱਚ ਜਜ਼ਬਾਤ ਮੈਂ ਸਮਝ ਸਕਦਾ ਗੁੱਸਾ ਤੁਹਾਡਾ ਬਹੁਤ ਸਾਰੀਆਂ ਕਬਰਾਂ ਬਣਨੀਆਂ ਚਾਹੀਦੀਆਂ ਕਬਰਾਂ ਉਹ ਆਨ ਜਿਹੜੇ ਵਿਦੇਸ਼ਾਂ ਤੋਂ ਆ ਰਹੇ ਨੇ ਵੇਖਣ ਇਹ ਕਬਰਾਂ ਕਿੰਨਾਂ ਦੀਆਂ ਨੇ ਕਿਤੇ ਭਗਤ ਸਿੰਘ ਦੀ ਹੈਗੀ ਹੈ ਕਿਤੇ ਸੁਭਾਸ਼ ਚੰਦਰ ਬੋਸ ਦੀ ਹੈਗੀ ਇੱਥੇ ਸਭ ਦੀਆਂ ਬਣਨੀਆਂ ਚਾਹੀਦੀਆਂ ਬਸ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਹੋਰ ਕੋਈ ਬਹੁਤ ਦੁੱਖ ਹੈ ਇਹ ਜਜ਼ਬਾਤ ਜਿਹੜੇ ਨੇ ਬਹੁਤ ਦੁੱਖ ਹੁੰਦਾ ਹੈ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਰਿਐਕਸ਼ਨ ਆਉਂਦੇ ਨੇ ਘਰ ਘਰ ਦੀ ਕਹਾਣੀ ਇਹੋ ਹੀ ਹੈ। ਸੰਜੇ ਠੁਕਰਾਲ ਜੀ ਮੌਜੂਦ ਨੇ ਸੰਜੇ ਠੁਕਰਾਲ ਜੀ ਸਿੱਧੇ ਸਾਦੇ ਵਪਾਰੀ ਠੱਗੇ ਗਏ ਕਹਿੰਦੇ ਨੇਤਿਆਂ ਨੇ ਸਾਨੂੰ ਠੱਗ ਲਿਆ ਕੀ ਕਹਿਣਾ ਚਾਹੋਗੇ ਬਹੁਤ ਮਾੜੇ ਹਾਲਾਤ
ਉਹ ਸਹੀ ਕਹਿ ਰਹੇ ਨੇ, ਉਹਨਾਂ ਦਾ ਦਰਦ ਸਹੀ ਹੈ। ਮੈਂ ਉਹਨਾਂ ਦੀ ਗੱਲ ਤੋਂ ਸਹਿਮਤ ਹਾਂ। ਉਹਨਾਂ ਨੂੰ ਠੱਗਿਆ ਗਿਆ ਹੈ। ਉਹਨਾਂ ਦੀ ਗੱਲ ਨੂੰ ਮੁੱਖ ਮੰਤਰੀ ਤੱਕ ਪਹੁੰਚੀ ਨਹੀਂ ਗੱਲ। ਅਗਰ ਮੁੱਖ ਮੰਤਰੀ ਤੱਕ ਗੱਲ ਪਹੁੰਚੀ ਤਾਂ ਇਹਨਾਂ ਦਾ ਨੁਕਸਾਨ ਨਹੀਂ ਹੁੰਦਾ। ਉਹ ਬਹਿ ਕੇ ਗੱਲ ਕਰਦੇ, ਕਿਸੇ ਅਧਿਕਾਰੀ ਨੇ ਬਹਿ ਕੇ ਗੱਲ ਨਹੀਂ ਕੀਤੀ, ਕਿਸੇ ਨੂੰ ਕੋਈ ਨੋਟਿਸ ਨਹੀਂ ਪਹੁੰਚਿਆ, ਸਿੱਧਾ ਤੋੜਤਾ। ਇਹ ਹਿਟਲਰ ਸ਼ਾਹੀ ਹੈਗੀ ਸੀ। ਪੂਰੇ ਐਮਰਜੈਂਸੀ ਤੁਸੀਂ ਵੀ ਖਾਲੀ ਬਿਆਨਬਾਜ਼ੀ ਕਰੋਗੇ, ਕੁਝ ਇਹਨਾਂ ਦੇ ਨਾਲ ਖੜੋਗੇ ਵੀ ਨਹੀਂ ਬਈ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ। ਬਿਆਨਬਾਜ਼ੀ ਤਾਂ ਸਾਰੇ ਹੀ ਨੇਤਾ ਕਰ ਰਹੇ ਨੇ, ਸਾਰੇ ਨੇਤਿਆਂ ਦੀ ਬਿਆਨਬਾਜ਼ੀ ਸਭ ਸੁਣ ਕੇ। ਮੈਂ ਨੇਤੇ ਵਾਲੀ ਗੱਲ ਨਹੀਂ ਕਰ ਰਿਹਾ। ਮੈਂ ਨੇਤਾ ਬਣ ਕੇ ਨਹੀਂ ਆਇਆ। ਮੈਂ ਇੱਥੇ ਇਹ ਮੇਰੇ ਪਰਿਵਾਰ ਦੇ ਲੋਕ, ਮੈਂ ਨੇਤਾ ਬਣ ਕੇ ਨਹੀਂ ਆਇਆ ਇਹਨਾਂ ਦੇ ਕੋਲ। ਇਹ ਜੋ ਕਿਸ ਤਰ੍ਹਾਂ ਦੀ ਹੁਣ ਇਹਨਾਂ ਦੇ ਨਾਲ ਕਿਵੇਂ ਕਰੋਗੇ? ਇਹਨਾਂ ਨੂੰ ਜਗ੍ਹਾ ਦਿਵਾਈ ਜਾਏਗੀ, ਲੜਾਈ ਲੜੀ ਜਾਏਗੀ। ਐਵੇਂ ਬੈਠੇ ਬੈਠੇ ਜਗ੍ਹਾ ਨਹੀਂ ਮਿਲੇਗੀ। ਬਹੁਤ ਭਰੋਸਾ ਸੀ ਇਹਨਾਂ ਨੂੰ। ਇਹ 6 ਦਿਨ ਬੈਠੇ ਸੀ, ਇਹਨਾਂ ਨੂੰ ਭਰੋਸਾ ਸੀ ਜਿਸ ਬੰਦੇ ਤੇ। ਅਸੀਂ ਵੀ ਚੁੱਪਚਾਪ ਬੈਠੇ ਰਹੇ। ਅਸੀਂ ਕੋਈ ਉਹਦੇ ਵਾਸਤੇ ਅਗਰ ਕੁਝ ਬੋਲਿਆ ਤਾਂ ਦੱਸੋ ਉਸ ਬੰਦੇ ਵਾਸਤੇ ਅਸੀਂ ਬੋਲਿਆ। ਇਹਨਾਂ ਨੂੰ ਜਿੰਦੇ ਤੇ ਭਰੋਸਾ ਸੀ। ਜਿਹੜਾ ਇੱਥੇ ਦਾ ਜਨਪ੍ਰਤੀਨਿਧੀ ਸੀ ਉਹਨੇ ਕੁਝ ਨਹੀਂ ਕੀਤਾ ਇਹਨਾਂ ਦੇ ਵਾਸਤੇ। ਕੀ ਕੀਤਾ ਦੱਸੋ? ਅਗਰ ਕੋਈ ਬਿਆਨ ਦੱਸੋ ਕਿ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਉਹਨਾਂ ਨੂੰ ਉਹਦੇ ਬਿਆਨ ਆ ਰਹੇ ਨੇ। ਮੈਂ ਇੰਟਰ ਕਾਲਜ ਬਣਾ ਰਿਹਾ, ਮੈਂ ਇਹਦੇ ਵਾਸਤੇ ਬਿਆਨ ਆ ਰਿਹਾ। ਉਹਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਬੰਦੇ ਕਹਿੰਦੇ ਨੇ ਤੁਹਾਨੂੰ ਸਮਰਥਨ ਦੇ ਦਿੱਤਾ। ਮੇਰ ਸਾਹਿਬ ਕਾਲੀ ਪੱਟੀ ਬਣ ਕੇ 40 ਪਾਸ਼ਾ ਦੇ ਤੇ ਆ ਗਏ, ਕਹਿੰਦੇ ਆ ਸਾਨੂੰ ਇੱਥੇ ਆ ਕੇ ਗਾਲਾਂ ਕੱਢ ਰਹੇ ਨੇ ਕਾਂਗਰਸੀ ਵਪਾਰੀ ਉਹਦੇ ਨਾਲ ਹੀ ਜੁੜੇ। ਮਤਲਬ ਕਿਤੇ ਨਾ ਕਿਤੇ ਵੇਖੋ ਆਰੋਪ ਲੱਗ ਰਹੇ। ਲੇਕਿਨ ਵੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਮੈਂ ਖੁਦ ਕਹਿ ਰਿਹਾ ਅਗਰ ਉਹ ਕੰਮ ਕਰਾਂਦਾ ਤੇ ਮੈਂ ਜਿੰਦਾਬਾਦ ਦੇ ਨਾਰੇ ਲਾਉਂਦਾ। ਮੇਰੀ ਗੱਲ ਸੁਣੋ, ਦੇਖੋ ਆਰੋਪ ਤੇਰੇ ਲੱਗ ਰਹੇ ਨੇ। ਮਾਰੇ ਤੇ ਵਪਾਰੀ ਗਿਆ ਨਾ, ਉਜੜ ਤੇ ਵਪਾਰੀ ਗਿਆ ਨਾ, ਖਤਮ ਤੇ ਵਪਾਰੀ ਹੋ ਗਿਆ ਨਾ। ਬਿਆਨਬਾਜ਼ੀ ਵਿੱਚ ਵਪਾਰੀ ਕਿੱਥੇ ਜਾਏ ਹੁਣ? ਇਹ ਲਾਸ਼ਾਂ ਵਪਾਰੀ ਸਾਰੇ ਇੱਕ ਦੂਜੇ ਦਾ ਬਿਆਨਬਾਜ਼ੀ ਪਈ ਨੇ ਇੱਥੇ। ਇਹ ਖਤਮ ਹੋ ਗਏ। ਬਾਊ ਜੀ ਕੁਝ ਹੋਰ, ਤੁਸੀਂ ਹੋਰ ਕੁਝ ਹੋਰ ਕਹਿਣਾ ਚਾਹ ਰਹੇ ਸੀ? ਮੈਂ ਜਿੰਨੇ ਵੀ ਨੇਤਾ ਹੈ ਨਾ, ਕਹਿੰਦੇ ਕਹਾਵਤ ਹੈਗੀ ਚੋਰ ਚੋਰ ਮੁਸੇਰੇ ਭਾਈ। समझ आ गई? एक कहावत बिल्कुल सच्ची है। बुजुर्गों ने कहावत बनाई, सच्ची बनाई है, सच्ची गल की है। जितने भी हैं सब चोर। चलो संजय जी, हुण कुछ व्यापारी दे नाल कोई ठोस रणनीति आओ कि पिछे जगह जे मिल जाए। अगर पक्की डर इच्छा दे नाल सारे अगर जुट जान, शायद इन्हां ते कोई मरम लग सकदी है। पिछे थोड़ी थोड़ी जगह मिल जाए कि तिनके दा सहारा जिहड़ा है इस वेले इन्हां नूं बहुत वड्डा है। ਅਸੀਂ ਚਾਹੁੰਦੇ ਪਿੱਛੇ ਸਾਨੂੰ ਜਗ੍ਹਾ ਮਿਲੇ, ਹੋਰ ਕਿਤੇ ਜਗ੍ਹਾ ਉਹਦੇ ਲਈ ਰਣਨੀਤੀ ਕੀ ਹੋਏਗੀ? ਉਹ ਰਣਨੀਤੀ ਮੈਂ ਵੀ ਕਹਿੰਦਾ ਕਿ ਇਹਨਾਂ ਨੂੰ ਪਿੱਛੇ ਜਗ੍ਹਾ ਮਿਲਦੀ, ਇਹਨਾਂ ਨੂੰ ਪਿੱਛੇ ਜਗ੍ਹਾ ਮਿਲਣੀ ਚਾਹੀਦੀ। ਲੇਕਿਨ ਮੈਂ ਕਰ ਕੀ ਰਿਹਾ ਇਹਦੇ ਵਾਸਤੇ? ਇਸ ਤਰ੍ਹਾਂ ਦੀ ਰਣਨੀਤੀ ਕੋਈ ਠੋਸ ਰਣਨੀਤੀ ਆਸ਼ਵਾਸਨ ਦਿਓ। ਵੀਰ ਮੇਰੇ ਸਾਰੇ ਵੱਡੇ ਸੰਜੇ ਜੀ ਭਾਈ ਸਾਹਿਬ ਆਣ ਗਏ, ਹੁਣੇ ਡੀਐਮ ਕੋਲ ਜਾ ਹੀ ਰਹੇ ਨੇ। 1 ਵਜੇ ਮੈਂ ਜਾਣਾ ਹੈ। ਭਾਈ ਸਾਹਿਬ ਦਾ ਫੋਨ ਆਇਆ ਸੀ 1 ਵਜੇ ਡੀਐਮ ਕੋਲ ਜਾਣਾ ਹੈ। ਚਲੋ ਕੋਈ ਗੱਲ ਕਰਨੀ ਹੈ। ਹੁਣ ਤਾਂ ਦੇਖੋ ਵਪਾਰੀ ਦਾ ਇਸ ਵੇਲੇ ਵਪਾਰੀ ਦੇ ਹਾਲਾਤ ਉਹ ਨੇ, ਉਹਨੂੰ ਕੱਢੋ ਦਾ ਖੂਨ ਨਹੀਂ ਉਹਦੇ ਵਿੱਚ। ਉਹ ਕਹਿੰਦੇ ਕਿ ਜਿਵੇਂ ਬਾਬੂ ਜੀ ਕਹਿੰਦੇ ਜਿੰਦਾ ਲਾਸ਼। ਇਹ ਕੋਈ ਝੂਠ ਨਹੀਂ ਬੋਲ ਰਹੇ। ਇਹ ਜਿਹੜਾ ਦਿਲੇ ਤੋਂ ਜਿਹੜੀ ਗੱਲ ਨਿਕਲ ਰਹੀ ਹੈ ਨਾ, ਉਹ ਵਾਕਈ ਜਿਹੜਾ ਪੀੜਿਤ ਹੈ ਨਾ। ਆਪਾਂ ਮੈਂ ਛੋਟਾ, ਮੈਂ 48 ਸਾਲ ਦੀ ਉਮਰ ਹੋ ਗਈ। ਮੈਂ ਛੋਟੇ ਜਦੋਂ ਹੋਸ਼ ਸੰਭਾਲਿਆ ਮੈਂ ਇਹਨਾਂ ਨੂੰ ਵੇਖਿਆ। ਮੈਂ ਕੱਲ ਮੈਂ ਬਾਹਰ ਗੱਲ ਕਰ ਰਹੀ, ਮੰਮੀ ਕਹਿੰਦੀ 60 ਸਾਲ 65 ਸਾਲ ਦੇ ਇੱਥੇ ਹੈਗੇ ਨੇ। ਇਹ 50 ਸਾਲ ਦੇ ਨਹੀਂ ਹੈ, ਇਹ 60 65 ਸਾਲ ਦੀ ਦੁਕਾਨ ਹੈਗੀ ਨੇ ਇੱਥੇ। ਇਹ ਬਹੁਤ ਪੁਰਾਣੀ ਦੁਕਾਨ ਹੈ, ਸਾਡੇ ਬਜ਼ੁਰਗ ਦੱਸ ਰਹੇ ਨੇ ਬਹੁਤ ਪੁਰਾਣੀ ਦੁਕਾਨ ਹੈਗੀ ਨੇ ਇੱਥੇ। ਬਸ ਸ਼ਹਿਰ ਨੂੰ ਉਜਾੜ ਕੇ ਰੋਜੀ ਰੋਟੀ ਛਿਨ ਕੇ ਇਸ ਤਰ੍ਹਾਂ ਵਿਕਾਸ ਦਾ ਵੀ ਕੀ ਫਾਇਦਾ? ਕਿ ਕੋਈ 10 ਸਾਲ 15 ਸਾਲ ਦੇ ਬੈਠੇ ਹੁੰਦੇ ਉਜਾੜ ਦਿੰਦੇ। ਇਹ ਪੁਰਾਣੇ ਹੈਗੇ ਸੀ, ਕਿਉਂ ਬੈਠਣ ਦਿੱਤਾ ਇਹਨਾਂ ਨੂੰ? ਕੋਈ ਗੱਲ ਨਹੀਂ ਬਿੱਟੂ ਬਾਜੀ, ਕੋਈ ਆਸ ਲੱਗਦੀ ਹੈ, ਕੋਈ ਉਮੀਦ ਲੱਗਦੀ ਹੈ ਹੁਣ ਕਿ ਕੁਝ ਹੋਏਗਾ? ਜਿਵੇਂ ਸੰਜੇ ਜੀ ਵੀ ਕਹਿ ਰਹੇ ਨੇ ਫਿਰ ਨੇਤੇ ਆਉਣਗੇ, ਸ਼ੁਰੂ ਹੋ ਜਾਣਗੇ, ਕਿ ਠੋਸ ਰਣਨੀਤੀ ਤੁਹਾਨੂੰ ਕੋਈ ਲੱਗਦੀ ਹੈ? ਕੋਈ ਨਹੀਂ, ਹੁਣ ਸੰਜੇ ਜੀ ਨੇ ਕਿਹਾ ਹੈਗਾ, ਠੁਕਰਾਲ ਜੀ ਵੀ ਕਹਿ ਰਹੇ ਨੇ ਕਿ ਇੱਕ ਵਾਰੀ ਡੀਐਮ ਸਾਹਿਬ ਨੂੰ ਮਿਲਣਾ ਹੈਗਾ। ਬਈ ਹੁਣ ਅਸੀਂ ਉਮੀਦ ਹੀ ਕਰ ਸਕਦੇ ਹਾਂ। ਪਹਿਲੇ ਅਸੀਂ ਉਮੀਦ ਵਿਧਾਇਕ ਜੀ ਨੂੰ ਕੀਤੀ ਸੀ, ਉਹਨਾਂ ਨੇ ਸਾਡੀ ਉਮੀਦ ਤੇ ਪਾਣੀ ਫੇਰ ਦਿੱਤਾ। ਅਸੀਂ ਆਖਰੀ ਮੌਕੇ ਤੱਕ ਸਿਰਫ ਆਹੀ ਸਾਨੂੰ ਵਿਧਾਇਕ ਜੀ ਕੋਈ ਨਾ ਕੋਈ ਆਸ਼ਵਾਸਨ ਦੇ ਕੇ ਗਏ ਨੇ ਕਿ ਸਾਡੀਆਂ ਦੁਕਾਨਾਂ ਨਹੀਂ। ਅਗਰ ਪਿੱਛੇ ਥੋੜੀ ਥਾਂ ਮਿਲ ਜਾਏ, ਥੋੜੀ ਜੀ ਸਾਨੂੰ 10 ਫੁੱਟ ਮਿਲ ਜਾਏਗੀ। ਹਾਂ ਬਿਲਕੁਲ ਬਿਲਕੁਲ, ਅਸੀਂ ਕਹਿ ਰਹੇ ਸਾਨੂੰ 10 ਫੁੱਟ ਵੀ ਜਗ੍ਹਾ ਦਿੰਦੇ ਨੇ ਤੇ ਸਾਡੇ ਸਫੀਸ਼ੀਐਂਟ ਹੈ, ਅਸੀਂ ਆਪਣੇ ਦਾਲ ਰੋਟੀ ਚਲਾ ਲਾਂਗੇ। ਚਲੋ ਹੈ, ਤੁਹਾਡੀ ਗੱਲ ਸਾਰੇ ਸੁਣ ਰਹੇ ਨੇ, ਸਾਡੇ ਜਨ ਪ੍ਰਤੀਨਿਧੀ ਵੀ ਸੁਣ ਰਹੇ ਨੇ, ਸਰਕਾਰੀ ਆਫੀਸਰ ਵੀ ਸੁਣ ਰਹੇ। ਬਾਬੂ ਜੀ ਤੁਹਾਡੀ ਸ਼ਾਪ ਸੀ, ਤੁਹਾਡੀ ਸ਼ਾਪ ਸੀ, ਇਹ ਬਜ਼ੁਰਗ ਨੇ ਇਹਨਾਂ ਦੀ ਸ਼ਾਪ। ਤੁਹਾਡੀ ਕਿਸ ਨਾਂ ਤੋਂ ਸ਼ਾਪ ਸੀ? ਸਾਡੇ ਬਟਲਾ ਬਰਫ ਡਿਪੂ ਦੇ ਨਾਮ ਤੇ। ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਸੀ? ਮੈਂ 45 ਸਾਲਾਂ ਤੋਂ। 45 ਸਾਲਾਂ ਤੋਂ। ਤੇ ਕਦੀ ਜਹਨ ਚ ਆਇਆ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਕਿ ਖਤਮ ਹੋ ਜਾਏਗਾ ਸਾਰਾ ਕੁਝ? ਕਦੀ ਨਹੀਂ ਇਹ ਕੰਮ ਹੋਇਆ, ਕਦੀ ਵੀ ਇਹ ਕੰਮ ਨਹੀਂ ਹੋਇਆ। ਇਹਨਾਂ ਜਿਹੜਾ ਕੀਤਾ ਨਜਾਇਜ਼ ਕੀਤਾ, ਕਿਸੇ ਆਦਮੀ ਨੂੰ ਰੋਟੀ ਖਾਣ ਵਾਸਤੇ ਛੱਡਿਆ ਹੀ ਨਹੀਂ। ਇਸ ਤਰ੍ਹਾਂ ਬੁਰਾ ਹਾਲਤ ਕਰ ਦਿੱਤੀ ਹੈ ਕਿ ਕੀ ਲੱਗਦਾ ਕਿਵੇਂ ਠੱਗੇ ਗਏ? ਜਿਵੇਂ ਆਸ਼ਵਾਸਨ ਮਿਲ ਰਿਹਾ ਸੀ 6-7 ਦਿਨ ਤੋਂ ਸਾਰੇ ਬੰਦੇ। ਇਹ ਨੇਤਿਆਂ ਦਾ ਪੁਰਾਣਾ ਕੰਮ ਹੈ, ਇਹ ਨੇਤਿਆਂ ਦਾ ਪੁਰਾਣਾ ਕੰਮ ਹੈ ਠੱਗਣਾ। ਅੱਜ ਨਵਾਂ ਕੰਮ ਨਹੀਂ ਹੋਇਆ, ਕਈ ਵਾਰੀ ਇਹਨਾਂ ਕੀਤਾ। ਅਸੀਂ ਤਾਂ 4 ਵਾਰੀ ਪਹਿਲੇ ਉਜੜ ਚੁੱਕੇ ਹਾਂ। ਰੋਟੀ ਬੜੀ ਮੁਸ਼ਕਿਲ ਨਾਲ ਰੋਟੀ ਖਾ ਰਹੇ ਹਾਂ, ਹੁਣ ਫਿਰ ਚਲੇ ਗਏ। ਹੁਣ ਤਾਂ ਸਾਡੇ ਕੋਲ ਰਿਹਾ ਹੀ ਕੁਛ ਨਹੀਂ।
ਕੀ ਲੱਗਦੀ ਉਮੀਦ ਹੁਣ ਜਿਵੇਂ ਕਹਿ ਰਹੇ ਨੇ ਵਪਾਰ ਮੰਡਲ ਅਧਿਕਸ਼ ਕਹਿ ਰਹੇ ਨੇ ਅਸੀਂ ਸੰਘਰਸ਼ ਫੇਰ ਕਰਾਂਗੇ, ਜਾਨ ਲਾ ਦੇਵਾਂਗੇ ਤੁਹਾਨੂੰ ਥੋੜੀ ਥਾਂ ਦਿਵਾਉਣ ਨੂੰ, ਉਹਨਾਂ ਦੀ ਗੱਲ ਇਤਫਾਕ ਰੱਖਦੇ ਹੋ? कुछ भी नहीं होता, कुछ भी नहीं होता। ਪੂਰੀ ਨਾਉਮੀਦੀ ਹੋ ਚੁੱਕੀ ना ਹੈ। उम्मीदी, बिल्कुल ना उम्मीदी। चल उड़ जा पंछी, तेरा देश हुआ बेगाना, गया ये देश गया साढ़े वास्ते, ਅਸੀਂ नहीं मनते इसमें। इस टाइम कुछ भी नहीं मिलना सानू। ये पहले मुआवजा दे रहे सी, वो भी नहीं गया। जे कोई गलबात होंदी किसी अफसर नाल फिर होंदा, फिर भी गल होंदी, कोई नहीं हो ਖਤਮ ਸਾਰਾ ਕੰਮ ਤੁਹਾਨੂੰ ਲੱਗਾ। ਹਾਂ, ਚਲੋ ਕੋਈ ਨਹੀਂ। ਇਸ ਤਰ੍ਹਾਂ ਦੇ ਕਿੰਨੇ ਕੁ ਵਪਾਰੀ ਨੇ ਕਿਹਦਾ ਦਰਦ ਤੁਹਾਨੂੰ ਦਿਖਾਈਏ। ਸੋ ਨੇਤੇ ਆਉਣਗੇ, ਵੱਡੇ ਵੱਡੇ ਭਾਸ਼ਣ ਦੇਣਗੇ, ਫਿਰ ਤੁਰ ਜਾਣਗੇ। ਮਾਰਿਆ ਗਿਆ ਵਪਾਰੀ, ਉਜੜ ਗਿਆ ਵਪਾਰੀ, ਬਰਬਾਦ ਹੋ ਗਿਆ ਵਪਾਰੀ, ਠੱਗਿਆ ਗਿਆ ਵਪਾਰੀ। ਨੇਤਿਆਂ ਦੀ ਬਿਆਨਬਾਜ਼ੀ ਦੇ ਵਿੱਚ ਇੱਕ ਦੂਜੇ ਤੇ ਆਰੋਪ ਲਗਾਉਣਗੇ, ਉਹਨੇ ਇਹ ਕਹਿ ਦਿੱਤਾ, ਉਹਨੇ ਇਹ ਕਹਿ ਦਿੱਤਾ, ਤਾਂ ਕਰਕੇ ਵਪਾਰੀ ਬਰਬਾਦ ਹੋ ਗਿਆ। ਕਸੂਰ ਕਿਹਦਾ ਹੈ? ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੀ ਪੂਰੀ ਟੀਮ ਵਪਾਰੀਆਂ ਦੇ ਨਾਲ ਹੈ, ਪੀੜਿਤ ਵਪਾਰੀਆਂ ਦੇ ਨਾਲ ਹੈ। ਉਹਨਾਂ ਦਾ ਦੁੱਖ ਦਿਖਾਉਣ ਦੇ ਲਈ ਅਸੀਂ ਹਮੇਸ਼ਾ ਹੀ ਤਤਪਰ ਰਹਾਂਗੇ। ਜੁੜੇ ਰਹੋ ਸਿੱਖ ਸੰਗਤ ਨਿਊਜ਼ ਦੇ ਨਾਲ। ਧੰਨਵਾਦ ਜੀ।